ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਸ਼੍ਰੀ ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ, ਅਮਰਦਾਸ ਗੁਰ ਹਿਰਦੈ ਗੁਰ ਹਿਰਦੈ ਧਿਆਵਾ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰ ਅਰਜਨ ਬਿਗਨਨ ਕੇ ਬਿਗਨਨ ਕੇ ਨਾਸ਼ਕ। ਸ਼੍ਰੀ ਗੁਰੂ ਹਰਗੋਬਿੰਦ ਸੁਭ ਸਮਤ ਪ੍ਰਕਾਸ਼ਕ। ਗੁਰੂ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹਾਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਰੋ ਤਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਇਸ ਗੁਰ ਕੀ ਪਾਏ ਕਰ, ਬੋਲਿਓ ਸ਼ਾਹੂ ਹੁਸੈਨ। ਸਭਾ ਬਿਖੈ ਸਭ ਹੀ ਸੁਨਹਿ, ਤਿਸ ਕੀ ਦਿਸ਼ ਦਰ ਨੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ, ਵੱਡ ਭਾਗੀ ਹਰ ਸੰਗਤ ਪਾਵੈ। ਭਾਗਹੀਣ ਭ੍ਰਮ ਚੋਟਾ ਖਾਵੈ, ਬਿਨ ਭਾਗਾ ਸਤ ਸੰਗ ਨਾ ਲੱਭੈ। ਬਿਨ ਸੰਗਤ ਮੈਲ ਭਰੀਜੈ ਜੀਓ। ਐਸੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਦਰਬਾਰ ਵਿੱਚ ਮਨੁੱਖਾ ਜਨਮ ਸਫਲ ਕਰ ਰਹੇ ਹੋ। ਆਓ ਸਾਧ ਸੰਗਤ ਜੀ, ਸਮਾਂ ਹੋਇਆ ਹੈ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਦਾ ਪਾਵਨ ਪਵਿੱਤਰ ਇਤਿਹਾਸ, ਜਿਸ ਵਿੱਚ ਆਪਾਂ ਉਹ ਪ੍ਰਸੰਗ ਸ਼ਰਵਣ ਕਰ ਰਹੇ ਹਾਂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਦੀ ਪਾਵਨ ਪਵਿੱਤਰ ਗੁਰਬਾਣੀ ਰਾਮਸਰ ਵਾਲੇ ਅਸਥਾਨ ਤੇ ਧੰਨ ਭਾਈ ਗੁਰਦਾਸ ਜੀਆਂ ਨੂੰ ਲਿਖਾਰੀ ਲਾ ਕੇ
ਗੁਰੂ ਅਰਜੁਨ ਦੇਵ ਸਾਹਿਬ ਜੀ ਮਹਾਰਾਜ ਜੀ ਇਕੱਤਰ ਕਰ ਰਹੇ ਹਨ। ਐਸਾ ਬਾਣੀ ਦਾ ਜਹਾਜ਼ ਸਤਿਗੁਰ ਜੀ ਤਿਆਰ ਕਰ ਰਹੇ ਹਨ, ਜਿੰਦੇ ਤੇ ਚੜ੍ਹ ਕੇ ਸਭ ਕਾਇਨਾਤ ਦਾ ਭਲਾ ਹੋਵੇਗਾ। ਇਸੇ ਕਰਕੇ ਭੱਟ ਸਾਹਿਬਾਨ ਕਹਿੰਦੇ ਹਨ, ਭੰਨ ਮਥੁਰਾ ਮੂਰਤ ਸਦਾ ਥਿਰ, ਲਾਏ ਚਿੱਤ ਸਨਮੁਖ ਰਹੋ। ਹਜੂਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਦਾ ਰਹਿਣ ਵਾਲੀ ਮੂਰਤ ਹੈ। ਹਜੂਰ ਦੇ ਵਿੱਚ ਚਿੱਤ ਲਾ ਕੇ ਸਦਾ ਸਨਮੁਖ ਸਤਿਗੁਰ ਜੀਆਂ ਦੇ ਰਹਿਣਾ ਚਾਹੀਦਾ ਹੈ। ਕਲ ਯੁਗ ਜਹਾਜ ਅਰਜਨ ਗੁਰੂ, ਸਗਲ ਸ੍ਰਿਸ਼ਟ ਲਗ ਬੇਤਰਹੁ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਕਲਯੁਗ ਦੇ ਸਮੇਂ ਵਿੱਚ ਜਹਾਜ਼ ਦੀ ਨਿਆਈ ਹਨ। ਸਾਰੀ ਸ੍ਰਿਸ਼ਟੀ ਦੇ ਲੋਕੋ ਹਜੂਰ ਦੀ ਸਿੱਖੀ ਧਾਰਨ ਕਰਕੇ ਤਰ ਜਾਵੋ, ਅਥਵਾ ਕਲਯੁਗ ਜਹਾਜ਼ ਅਰਜੁਨ ਗੁਰੂ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਕਲਯੁਗ ਦੇ ਵਿੱਚ ਜਹਾਜ਼ ਤਿਆਰ ਕੀਤਾ ਹੈ। ਸਗਲ ਸ੍ਰਿਸ਼ਟ ਲਗ ਬੇਤਰਹੁ। ਸਾਰੀ ਸ੍ਰਿਸ਼ਟੀ ਦੇ ਲੋਕੋ ਇਸ ਬਾਣੀ ਦਾ ਜਾਪ ਕਰਕੇ ਸ਼ਰਵਣ ਮਾਤਰ ਸੇ ਹੀ ਤਰਨਾ ਕਰੋ। ਐਸੇ ਬਾਣੀ ਦੇ ਬਾਬਤ ਬਚਨ ਆਉਂਦੇ ਹਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਮਹਾਰਾਜ ਜੀਆਂ ਦੀ ਐਸੀ ਬਾਣੀ ਹੈ, ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲੇ ਕਿਨੈ ਚਖ ਡੀਠੀ। ਇੱਕ ਤਾਂ ਬਾਣੀ ਇੰਨੀ ਮਿੱਠੀ ਹੈ, ਉਪਰੋਂ ਬਾਣੀ ਉਚਰਹਿ ਸਾਧ ਜਨ, ਅਮਿਓ ਚੱਲਹਿ ਝਰਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬਾਣੀ ਦਾ ਉਚਾਰਨ ਕਰ ਰਹੇ ਹਨ, ਮਾਨੋ ਕਿ ਅੰਮ੍ਰਿਤ ਦੇ ਮੁਖ ਤੋਂ ਝਰਨੇ ਹੀ ਚੱਲ ਰਹੇ ਹੋਣ। ਇਹ ਸਾਧ ਸੰਗਤ ਜੀ, ਆਪ ਜੀਆਂ ਨੇ ਕੱਲ ਪ੍ਰਸੰਗ ਸ਼ਰਵਣ ਕੀਤਾ ਸੀ। ਰਾਮ ਕਲੀ ਕੀ ਵਾਰ ਤਿਕਰ ਮਹਾਰਾਜ ਜੀਆਂ ਨੇ ਬਾਣੀ ਲਿਖਵਾ ਦਿੱਤੀ ਹੈ, ਦਰਜ ਕਰ ਲਈ ਹੈ। ਜਦੋਂ ਪਤਾ ਲੱਗਾ ਹੈ ਸੰਸਾਰ ਦੇ ਵਿੱਚ ਹਜੂਰ ਬਾਣੀ ਇਕੱਤਰ ਕਰਵਾ ਰਹੇ ਨੇ, ਉਸ ਸਮੇਂ ਲਾਹੌਰ ਦੇ 4 ਭਗਤ ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ ਇਹ ਆਪਣੇ ਆਪ ਨੂੰ ਭਗਤ ਅਖਵਾਉਂਦੇ ਹਨ। ਇਹ ਵੀ ਮਨ ਵਿੱਚ ਫੁਰਨਾ ਲੈ ਕੇ ਆਏ ਨੇ, ਜੇ ਸਾਡੀ ਬਾਣੀ ਹਜੂਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਕਰਨ ਤਾਂ ਸਾਡਾ ਵੀ ਸੰਸਾਰ ਦੇ ਵਿੱਚ ਜਸ ਫੈਲੇਗਾ। ਹਜੂਰ ਨੇ ਇਹਨਾਂ ਨੂੰ ਆਉਂਦਿਆਂ ਦੇਖ ਕੇ ਮਹਾਰਾਜ ਜੀਆਂ ਨੇ ਅਦਬ ਦਿੱਤਾ ਹੈ, ਇਹਨਾਂ ਨੂੰ ਭਗਤ ਜਾਣ ਕੇ ਸਤਿਕਾਰ ਕੀਤਾ ਹੈ। ਪਰ ਇਹਨਾਂ ਦੇ ਮਨ ਵਿੱਚ ਬੜਾ ਹੀ ਹੰਕਾਰ ਸੀ। ਕਹਿੰਦੇ ਹਨ, ਸਾਡੀ ਜਿਹੜੀ ਗੱਲ ਹੈ ਸੰਸਾਰ ਦੇ ਵਿੱਚ ਵੇਦ ਸ਼ਾਸਤਰਾਂ ਦੇ ਪ੍ਰਥਾਏ ਮੰਨੀ ਜਾਂਦੀ ਹੈ। ਇਤਿਆਦਿਕ ਬਚਨ ਕਹੇ ਕੀ ਰਾਜਾ ਕੀ ਰੰਕ, ਸਭ ਸਾਡੇ ਪ੍ਰਤਾਪ ਤੋਂ ਜਾਣੂ ਹਨ। ਇਥੋਂ ਤਿੱਕਰ ਬਚਨ ਕਹਿ ਦਿੱਤੇ, ਜਿਹੜੇ ਭਗਤਾਂ ਬਾਬਤ ਕਿਹਾ ਹੈ ਉਹ ਤਾਂ ਮਰ ਗਏ ਨੇ, ਚਲੇ ਗਏ ਨੇ ਸੰਸਾਰ ਤੋਂ, ਅਸੀਂ ਹਜੇ ਜਿੰਦਾ ਹਾਂ। ਉਹਨਾਂ ਦੀ ਬਾਣੀ ਤੁਸੀਂ ਲਿਖਵਾਈ ਹੈ, ਸਾਡੀ ਕਿਉਂ ਨਹੀਂ ਲਿਖਵਾਈ? ਉਸ ਸਮੇਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਹਾ ਕਿ ਭਗਤ ਜਨੋ ਤੁਸੀਂ ਵੀ ਆਪਣੀ ਬਾਣੀ ਸੁਣਾਉਣਾ ਕਰੋ। ਜੇ ਗੁਰੂ ਘਰ ਦੇ ਆਂਛੇ ਦੇ ਭਾਵ ਮਹਾਰਾਜ ਜੀਆਂ ਦੇ ਸਿਧਾਂਤ ਦੇ ਨਾਲ ਮੇਲ ਖਾਂਦੀ ਹੋਈ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਕਰ ਦੇਵਾਂਗੇ। ਇਹ ਸਾਧ ਸੰਗਤ ਜੀ, ਧੰਨ ਭਗਤ ਜੋ ਕਬੀਰ ਜੀ ਹਨ, ਉਹਨਾਂ ਦੀ ਹੋਰ ਵੀ ਵਧੇਰੇ ਬਾਣੀ ਹੈ। ਜਿਸ ਤਰ੍ਹਾਂ ਕੱਲ ਆਪ ਜੀਆਂ ਨੇ ਸ਼ਬਦ ਸ਼ਰਵਣ ਕੀਤਾ ਸੀ ਭਗਤ ਕਬੀਰ ਜੀਆਂ ਦਾ, ਮਾਰਗ ਚਲਤੇ ਜੋ ਗਿਰੈ ਤਾਹੇ ਨਾ ਲਾਗੈ ਦੋਸ, ਕਹੈ ਕਬੀਰ ਬੈਠਾ ਰਹਿ ਤਾਂ ਸਿਰ ਚੜ੍ਹੈ ਕੋਸ। ਹੋਰ ਵੀ ਬਾਣੀ ਹੈ, ਪਰ ਕੇਵਲ ਜੋ ਗੁਰੂ ਜੀਆਂ ਨੇ ਮੁਖ ਤੋਂ ਫਰਮਾਈ ਹੈ ਉਹ ਹਜੂਰ ਨੇ ਸਾਧ ਸੰਗਤ ਜੀ ਗੁਰੂ ਬਾਣੀ ਦਾ ਰੁਤਬਾ ਦਿੱਤਾ ਹੈ। ਕਿਉਂਕਿ ਗੁਰੂ ਦੀ ਬਾਣੀ ਗੁਰੂ ਨੇ ਆਪਣੇ ਮੁਖ ਦੁਆਰਾ ਉਚਾਰਨ ਕਰਕੇ ਧੰਨ ਭਾਈ ਗੁਰਦਾਸ ਜੀਆਂ ਤੋਂ ਲਿਖਵਾਈ ਹੈ। ਇਸ ਬਾਣੀ ਦਾ ਕੀ ਮਹਾਤਮ ਹੈ? ਸਾਖੀ ਆਉਂਦੀ ਹੈ, ਜਿਸ ਸਮੇਂ ਬਾਜਾਂ ਵਾਲੇ ਪਿਤਾ ਜੀਆਂ ਦਾ ਦਰਬਾਰ ਸਜਿਆ ਹੈ, ਰੋਜ਼ ਕੋਈ ਨਾ ਕੋਈ ਆਉਂਦਾ ਹੈ। ਹਜੂਰ ਜਪਜੀ ਸਾਹਿਬ ਜੀਆਂ ਦਾ ਪਾਠ ਕਰਨ ਨੂੰ ਕਹਿੰਦੇ ਨੇ। ਇੱਕ ਦਿਨ ਸਿੱਖਾਂ ਨੇ ਪੁੱਛਿਆ, ਹਜੂਰ ਇਹ ਬਾਣੀ ਕੇਵਲ ਰੋਗ ਹੀ ਦੂਰ ਕਰਦੀ ਹੈ ਕਿ ਮੁਕਤੀ ਵੀ ਦਿੰਦੀ ਹੈ? ਉਸ ਸਮੇਂ ਹਜੂਰ ਨੇ ਦਰਸਾਇਆ ਸੀ, ਜਿਸ ਤਰ੍ਹਾਂ ਅੰਮ੍ਰਿਤ ਫਲ ਹੁੰਦਾ ਹੈ,
ਅਮਰ ਫਲ ਖਾਣ ਨਾਲ ਇੱਕ ਤਾਂ ਬੰਦਾ ਅਮਰ ਹੋ ਜਾਂਦਾ ਹੈ, ਦੂਸਰਾ ਉਸ ਦੀ ਭੁੱਖ ਤ੍ਰੇ ਪਿਆਸ ਸਭ ਮਿਟ ਜਾਂਦੀ ਹੈ। ਇਹ ਬਾਣੀ ਇੱਥੇ ਸੰਸਾਰ ਦੇ ਵਿੱਚ ਰੋਗ ਵੀ ਦੂਰ ਕਰਦੀ ਹੈ ਤੇ ਪ੍ਰਲੋਕ ਦੇ ਰਸਤੇ ਤੇ ਵੀ ਸਹਾਈ ਹੁੰਦੀ ਹੈ। ਸਭ ਤ੍ਰਿਸ਼ਨਾ ਆਸਾ ਸਭ ਇਹ ਬਾਣੀ ਬੁਝਾ ਦਿੰਦੀ ਹੈ ਤੇ ਗਿਆਨ ਦਾ ਸੂਰਜ ਹਿਰਦੇ ਵਿੱਚ ਚਾੜ ਦਿੰਦੀ ਹੈ। ਆਓ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਜਿਹੜਾ ਭਗਤ ਕਾਨ੍ਹਾ ਸੀ, ਬੜਾ ਹੰਕਾਰੀ ਸੀ। ਜਦੋਂ ਹਜੂਰ ਨੇ ਆਖਿਆ ਵਾਰੀ ਸਿਰ ਆ ਕੇ ਤੁਸੀਂ ਆਪਣੀ ਬਾਣੀ ਸੁਣਾਓ, ਉਹਨੇ ਸੁਣਾਇਆ ਹੈ ਕਾਨ੍ਹਾ ਵਾਚ। ਜਿਸ ਤਰ੍ਹਾਂ ਕਵੀ ਜੀ ਲਿਖਦੇ ਨੇ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਨਾ ਖੋਜਹਿ ਖੋਜਤ ਖੋਜ ਨਾ ਹੋਈ ਰੇ। ਐਸੀ ਉਸਨੇ ਬਾਣੀ ਉਚਾਰੀ ਕਿ ਮੈਂ ਉਹੀ ਬ੍ਰਹਮ ਹਾਂ, ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਸਾਰੇ ਖੋਜ ਰਹੇ ਨੇ। ਉਸ ਸਮੇਂ ਹਜੂਰ ਨੇ ਦੱਸਿਆ, ਕਾਨ੍ਹਾ ਜੀ ਇਹ ਆਪ ਜੀਆਂ ਦੀ ਬਾਣੀ ਗੁਰੂ ਘਰ ਦੇ ਆਂਛੇ ਨਾਲ ਮੇਲ ਨਹੀਂ ਖਾਂਦੀ। ਗੁਰੂ ਘਰ ਦਾ ਆਂਛਾ ਹੈ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਬ੍ਰਹਮ ਗਿਆਨ ਹਿਰਦੇ ਵਿੱਚ ਰੱਖਣਾ ਚਾਹੀਦਾ ਹੈ। ਬਾਹਰੋਂ ਦਾਸਣ ਦਾਸ ਵਾਲੀ ਭਾਵ ਹਿਰਦੇ ਵਿੱਚ ਹੋਣੀ ਚਾਹੀਦੀ ਹੈ ਕਿ ਮੈਂ ਤਾਂ ਗੁਰੂ ਕੇ ਦਾਸਾਂ ਦਾ ਵੀ ਦਾਸ ਹਾਂ। ਹਜੂਰ ਨੇ ਕਿਹਾ ਹੈ ਤੁਹਾਡਾ ਗੱਲ ਤਾਂ ਸਹੀ ਹੈ ਕਿ ਸਭ ਬ੍ਰਹਮ ਦਾ ਰੂਪ ਨੇ, ਪਰ ਤੁਹਾਡੀ ਬਾਣੀ ਪੜ੍ਹ ਕੇ ਸਿੰਘਾਂ ਨੂੰ ਸੁੱਖ ਤਾਂ ਕੀ, ਸਿੱਖਾਂ ਨੂੰ ਸਗੋਂ ਅਧੋਗਤੀ ਨੂੰ ਜਾਣਗੇ, ਦੁੱਖ ਪਾਉਣਗੇ। ਇਹ ਬ੍ਰਹਮ ਗਿਆਨ ਘਿਓ ਦੀ ਨਿਆਈ ਹੁੰਦਾ ਹੈ। ਜੇ ਪਹਿਲਾਂ ਹੀ ਕਫ ਆਦਿਕ ਹੋਵੇ ਤਾਂ ਜੇ ਘਿਓ ਖਾ ਲਈਏ, ਭਾਵ ਜੇ ਪਹਿਲਾ ਹੰਕਾਰ ਹੋਵੇ ਤਾਂ ਫਿਰ ਇਹ ਪਚਦਾ ਨਹੀਂ, ਸਗੋਂ ਤੰਗ ਕਰਦਾ ਹੈ। ਮਹਾਰਾਜ ਜੀਆਂ ਨੇ ਕਿਹਾ ਇਹਦੇ ਵਿੱਚ ਬੰਦਗੀ ਦਾ ਤਾਂ ਕੋਈ ਉਪਦੇਸ਼ ਹੀ ਨਹੀਂ ਹੈ। ਮਹਾਰਾਜ ਜੀਆਂ ਦੀ ਬਾਣੀ ਮਿਸ਼ਰੀ ਦੀ ਨਿਆਈ ਹੈ ਨਾਲ। ਜਿੱਦਾਂ ਮਿਸ਼ਰੀ ਦੇ ਨਾਲ ਘਿਓ ਖਾਈਏ ਤਾਂ ਉਹ ਲਾਹੇਵੰਦ ਹੁੰਦਾ ਹੈ। ਮਿਸ਼ਰੀ ਦੀ ਨਿਆਈ ਭਾਉ ਭਗਤੀ ਧਾਰ ਕੇ ਜੇ ਬ੍ਰਹਮ ਗਿਆਨ ਹੋਵੇ, ਮਨ ਵਿੱਚ ਹੋਵੇ, ਲੇਖੈ ਕਤੈ ਨਾ ਛੂਟੀਐ, ਖਿਨ ਖਿਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਫਿਰ ਦੂਸਰਾ ਆਇਆ ਹੈ ਪੀਲੂ। ਇਹ ਸਾਧ ਸੰਗਤ ਜੀ, ਜਦੋਂ ਕਾਨ੍ਹੇ ਭਗਤ ਨੂੰ ਮਹਾਰਾਜ ਜੀਆਂ ਨੇ ਐਸਾ ਪ੍ਰਮਾਣ ਦੇ ਕੇ ਹਜੂਰ ਨੇ ਜਦੋਂ ਇਸ ਨੂੰ ਕਿਹਾ ਕਿ ਤੇਰੀ ਬਾਣੀ ਅਸੀਂ ਰਾਜ ਚੜਾ ਨਹੀਂ ਸਕਦੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ, ਤਾਂ ਇਸ ਨੇ ਬੜੇ ਕ੍ਰੋਧ ਦੇ ਨਾਲ ਆਪਣੇ ਮਨ ਵਿੱਚ ਗੁੱਸਾ ਖਾਦਾ ਹੈ ਤੇ ਫਿਰ ਕਹਿੰਦਾ ਹੈ ਮੇਰੀ ਲੰਮੀ ਉਮਰ ਦਾ, ਕਿਉਂਕਿ 400-500 ਵਰਾ ਇਸ ਦੀ ਸਾਲ ਉਮਰ ਸੀ, ਕਹਿੰਦਾ ਹੈ ਮੇਰੀ ਉਮਰ ਦਾ ਵੀ ਇਹਨਾਂ ਨੇ ਲਿਹਾਜ਼ ਨਹੀਂ ਕੀਤਾ। ਮੈਂ ਸੰਸਾਰ ਦੇ ਵਿੱਚ ਭਗਤ ਕਿਹਾ ਜਾਨਾ ਹਾਂ। ਇਹ 10ਵੇਂ ਦਵਾਰ ਦਾ ਅਭਿਆਸੀ ਸੀ, ਜਿਸ ਦੀ ਸੁਰਤ 10ਵੇਂ ਦਵਾਰ ਵਿੱਚ ਟਿਕਦੀ ਹੋਵੇ। ਜ਼ਿਕਰ ਆਉਂਦਾ ਹੈ ਕਿ ਉਹ ਆਉਣ ਵਾਲਾ ਸਮਾਂ ਵੀ ਵੇਖ ਲੈਂਦਾ ਹੈ। ਇਸ ਨੇ ਦੇਖਿਆ ਹੈ ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਭਾਣਾ ਵਰਤਾਉਣਾ ਹੈ, ਹਜੂਰ ਨੇ ਤਤੀਆਂ ਤਵੀਆਂ ਨੂੰ ਠੰਡਿਆ ਕਰਨਾ ਹੈ। ਉਸ ਸਮੇਂ ਸਾਧ ਸੰਗਤ ਜੀ, ਇਹਨੇ ਆਪਣੇ 10ਵੇਂ ਦਵਾਰ ਦਾ ਮਾਣ ਕਰਕੇ ਕਿਹਾ, ਜਾਓ ਜੇ ਤੁਸੀਂ ਬਾਣੀ ਨਹੀਂ ਚੜਾਉਂਦੇ ਮੈਂ ਵੀ ਬਚਨ ਕਰਦਾ ਹਾਂ। ਭਾਵ ਆਪਦੇ ਵੱਲੋਂ ਸ਼ਰਾਪ ਦੇਣ ਲੱਗਾ ਹੈ। ਗੁਰੂ ਸਾਹਿਬ ਨੂੰ ਕਿਹੜਾ ਸ਼ਰਾਪ ਲੱਗ ਸਕਦਾ ਹੈ। ਉਸ ਸਮੇਂ ਨੇ ਕਿਹਾ, ਤੁਹਾਨੂੰ ਤੁਰਕਾਂ ਤੋਂ ਸਜ਼ਾਵਾਂ ਮਿਲਣਗੀਆਂ, ਤੁਸੀਂ ਆਪਣੇ ਪਰਿਵਾਰ ਨਾਲ ਨਹੀਂ ਮਿਲ ਸਕੋਗੇ। ਸਿੰਘਾਂ 'ਚ ਵੀਰ ਰਸ ਆਇਆ ਹੈ। ਉਸ ਸਮੇਂ ਹਜੂਰ ਨੇ ਕਿਹਾ, ਸਿੰਘੋ ਇਹ 10ਵੇਂ ਦਵਾਰ ਦਾ ਮਾਣ ਕਰਦਾ ਹੈ। ਸਿੰਘ ਕਹਿੰਦੇ ਹਨ, ਮਹਾਰਾਜ ਜੀ ਤੁਸੀਂ ਵੀ ਕੋਈ ਬਚਨ ਕਹੋ। ਹਜੂਰ ਨੇ ਕਿਹਾ ਸੀ, ਜਿਹੜੇ 10ਵੇਂ ਦਵਾਰ ਦਾ ਇਹ ਮਾਣ ਕਰਦਾ ਹੈ, ਪਹਿਲਾਂ 10ਵਾਂ ਹੀ ਟੁੱਟੇਗਾ। ਜਦੋਂ ਐਸੇ ਮਹਾਰਾਜ ਜੀਆਂ ਦੇ ਬਚਨ ਸੁਣੇ ਹਨ, ਸ਼ਾਂਤੀ ਵਰਤ ਗਈ ਹੈ। ਉਸ ਤੋਂ ਉਪਰੰਤ ਸਾਧ ਸੰਗਤ ਜੀ, ਜਿਸ ਤਰ੍ਹਾਂ ਫਿਰ ਜੋ ਪੀਲੂ ਭਗਤ ਹੈ, ਇਹ ਆਪਣੀ ਬਾਣੀ ਸਤਿਗੁਰ ਜੀਆਂ ਪਾਸ ਦਰਜ ਕਰਾਉਣ ਆਉਂਦਾ ਹੈ। ਇਹ ਕਹਿੰਦਾ ਹੈ, ਪੀਲੋ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੋਏ। ਕਹਿੰਦਾ ਹੈ ਸਾਡੇ ਨਾਲੋਂ ਤਾਂ ਉਹੀ ਭਲੇ ਨੇ ਜਿਹੜੇ ਜੰਮਦਿਆਂ ਹੀ ਮਰ ਗਏ ਨੇ। ਭਾਵ ਸੰਸਾਰ ਦੇ ਵਿੱਚ ਆ ਕੇ ਕੋਈ ਉਹਨਾਂ ਨੂੰ ਮੈਲ ਨਹੀਂ ਲੱਗੀ, ਕੋਈ ਉਹਨਾਂ ਨੇ ਫਿਰ ਪਾਪ ਨਹੀਂ ਕੀਤੇ। ਹਜੂਰ ਨੇ ਕਿਹਾ, ਪੀਲੋ ਜੀ ਇਹ ਸਾਡੇ ਘਰ ਨਾਲ ਸਿਧਾਂਤ ਨਹੀਂ ਤੁਹਾਡਾ ਮਿਲਦਾ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਿ ਭਾਵੇਂ ਮਨੁੱਖਾ ਜਨਮ ਤਾਂ ਬੜੇ ਕਰਮਾਂ ਦੇ ਨਾਲ ਮਿਲਦੀ ਹੈ, ਵਾਹਿਗੁਰੂ ਦੇ ਨਾਲ ਮਿਲਣ ਦਾ ਇਹ ਮੌਕਾ ਹੈ। ਮਾਨਸ ਦੇਹ ਬਹੁਰ ਨਹਿ ਪਾਵੈ, ਕਛੂ ਉਪਾਵ ਮੁਕਤ ਕਾ ਕਰ ਰੇ। ਮਹਾਰਾਜ ਜੀ ਕਹਿੰਦੇ ਹਨ, ਮੁਕਤੀ ਦਾ ਉਪਾਅ ਕਰ ਲੈਣਾ ਚਾਹੀਦਾ
ਚਾਹੀਦਾ ਹੈ। ਫਿਰ ਤੀਸਰਾ ਉੱਠਿਆ ਹੈ ਸਾਧ ਸੰਗਤ ਜੀ, ਜਿੰਦਾ ਨਾਮ ਛੱਜੂ ਆਉਂਦਾ ਹੈ। ਇਹਨੇ ਕਿਹਾ ਹੈ ਜੇ ਇਸਤਰੀ ਕਾਗਜ਼ ਦੀ ਹੋਵੇ, ਭਾਵੇਂ ਕਾਗਜ਼ ਦੀ ਬਣੀ ਹੋਵੇ, ਉਹਦੇ ਵੱਲ ਵੇਖਣਾ ਨਹੀਂ ਚਾਹੀਦਾ। ਇਹ ਬਲੋਚਾਂ ਦੀ ਧਾੜ ਵਾਂਗੂ ਬੰਦੇ ਨੂੰ ਮਾਰ ਦਿੰਦੀ ਹੈ। ਹਜੂਰ ਨੇ ਕਿਹਾ ਹੈ ਭਾਵ ਛੱਜੂ ਇਹ ਵੀ ਗੁਰੂ ਘਰ ਦੇ ਨਾਲ ਤੇਰਾ ਸਿਧਾਂਤ ਮੇਲ ਨਹੀਂ ਖਾਂਦਾ। ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਇਸ ਇਸਤਰੀ ਦੀ ਕੁੱਖ ਤੋਂ ਹੀ ਸਭ ਵੱਡੇ ਵੱਡੇ ਰਾਜੇ ਮਹਾਤਮਾਵਾਂ ਦਾ ਜਨਮ ਹੋਇਆ ਹੈ। ਦੇਖ ਤੇਰਾ ਵੀ ਜਨਮ ਇਸਤਰੀ ਦੀ ਕੁੱਖ ਤੋਂ ਹੋਇਆ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਇਹ ਗ੍ਰਿਸ਼ਤ ਮਾਰਗ ਚਲਾਇਆ ਹੈ। ਗਿਆਨਨ ਮੈਂ ਗਿਆਨ ਅਰ ਧਿਆਨਨ ਮੈਂ ਧਿਆਨ ਗੁਰ, ਸਗਲ ਧਰਮ ਮੈਂ ਗ੍ਰਿਸ਼ਤ ਪ੍ਰਧਾਨ ਹੈ। ਹਜੂਰ ਨੇ ਕਿਹਾ ਜਿੰਨੇ ਵੀ ਹੋਰ ਆਸ਼ਰਮ ਨੇ ਸੰਸਾਰ ਦੇ ਵਿੱਚ, ਬਾਨਪ੍ਰਸਤ, ਸੰਨਿਆਸੀ, ਬ੍ਰਹਮਚਾਰੀ, ਸਭ ਗ੍ਰਿਸ਼ਤੀਆਂ ਦੇ ਘਰੇ ਹੀ ਪੈਦਾ ਹੋਏ ਨੇ। ਫਿਰ ਗ੍ਰਿਸ਼ਤੀਆਂ ਦੇ ਘਰੋਂ ਮੰਗ ਕੇ ਖਾਂਦੇ ਨੇ। ਇਹ ਛੱਜੂ ਜੀ ਇਹ ਤੁਹਾਡੀ ਬਾਣੀ ਸਾਡੇ ਸਿਧਾਂਤ ਨਾਲ ਮੇਲ ਨਹੀਂ ਖਾਂਦੀ। ਹੁਣ ਜਿਸ ਤਰ੍ਹਾਂ ਚੌਥਾ ਆਪਣੀ ਭਗਤ ਜੋ ਲਾਹੌਰ ਤੋਂ ਆਇਆ ਹੈ ਬਾਣੀ ਉਚਾਰਦਾ ਹੈ, ਹਜੂਰ ਕਿਸ ਤਰ੍ਹਾਂ ਉਸ ਨੂੰ ਉੱਤਰ ਦਿੰਦੇ ਨੇ। ਫਿਰ ਇਸ ਤੋਂ ਅੱਗੇ ਮਹਾਰਾਜ ਜੀ ਸ਼ਲੋਕ ਸਹਿਸਕ੍ਰਿਤੀ ਬਾਣੀ ਕਿਸ ਤਰ੍ਹਾਂ ਉਚਾਰਦੇ ਨੇ। ਫਿਰ ਧੰਨ ਭਾਈ ਗੁਰਦਾਸ ਜੀ ਜਿਸ ਤਰ੍ਹਾਂ ਹਜੂਰ ਦੇ ਅੱਗੇ ਨਿਮਰਤਾ ਸਹਿਤ ਬੇਨਤੀ ਕਰਦੇ ਨੇ। ਅੱਜ ਆਪਾਂ ਸ਼ਰਵਣ ਕਰਾਂਗੇ ਸਤਿਗੁਰ ਜੀ ਦੀ ਪ੍ਰੇਮ ਕਿਰਪਾ ਦੁਆਰਾ। ਹਜੂਰ ਕਿਰਪਾ ਕਰਨ ਆਪਣੇ ਸੁਰਤੇ ਲੈ ਚੱਲੀਏ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ। ਸ਼ਹੀਦਾਂ ਦੇ ਸਰਤਾਜ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਦੋਹਿਥਾ ਬਾਣੀ ਕਾ ਬੋਹਿਥਾ, ਸਤਿਗੁਰ ਜੀ ਸੰਗਤ ਵਿੱਚ ਸਜੇ ਨੇ। ਇਹ ਲਾਹੌਰ ਤੋਂ ਆਏ 4 ਭਗਤ, ਤਿੰਨਾਂ ਨੇ ਬਾਣੀ ਉਚਾਰੀ ਹੈ। ਹੁਣ ਚੌਥਾ ਸੁਣਾਉਣ ਲੱਗਾ ਹੈ। ਜਿਸ ਤਰ੍ਹਾਂ ਉਹ ਆਪਣੀ ਬਾਣੀ ਉਚਾਰਦਾ ਹੈ, ਹੱਥ ਜੋੜ ਕੇ ਸਤਿਗੁਰ ਜੀਆਂ ਦਾ ਧਰੀਏ ਧਿਆਨ, ਹਿਰਦੇ ਵਿੱਚ ਵਸਾਈਏ ਸਤਿਗੁਰ ਜੀਆਂ ਦੀ ਯਾਦ ਨੂੰ। ਮਹਾਰਾਜ ਜੀ ਕਿਰਪਾ ਕਰਨ। ਸਾਧ ਸੰਗਤ ਜੀ ਦੋਨੋਂ ਹੱਥ ਜੋੜ ਕੇ ਹਿਰਦੇ 'ਚ ਵਸਾਈਏ ਸਤਿਗੁਰ ਜੀਆਂ ਦੀ ਯਾਦ ਨੂੰ। ਆਖੋ ਦੇਹੀ ਦੇ ਕਲਿਆਣ ਵਾਸਤੇ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਇਸ ਗੁਰ ਕੀ ਪਾਏ ਕਰ। ਜਿਸ ਸਮੇਂ ਸਾਧ ਸੰਗਤ ਜੀ ਸ਼ਾਹ ਹੁਸੈਨ ਆਇਆ ਹੈ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਆਗਿਆ ਕੀਤੀ ਹੈ, ਸ਼ਾਹ ਹੁਸੈਨ ਜੀ ਤੁਸੀਂ ਹੁਣ ਆਪਣੀ ਬਾਣੀ ਰਚਨਾ ਕਰੋ। ਬੋਲਿਓ ਸ਼ਾਹ ਹੁਸੈਨ। ਤੇ ਸ਼ਾਹ ਹੁਸੈਨ ਹਜੂਰ ਦੀ ਆਗਿਆ ਪਾ ਕੇ ਬੋਲਣ ਲੱਗਾ ਹੈ। ਸਭਾ ਵਿਖੇ ਸਭ ਹੀ ਸੁਣੈ। ਉਸ ਸਮੇਂ ਸਭਾ ਦੇ ਵਿੱਚ ਸਿੱਖ ਸੰਗਤਾਂ ਨੇ ਸ਼ਰਵਣ ਕੀਤੀ ਹੈ। ਇਸ ਕੀ ਦਿਸ਼ ਦਰ ਨੈਣ। ਭਾਈ ਸ਼ਾਹ ਹੁਸੈਨ ਜੀ ਖੜੇ ਹੋਏ ਨੇ, ਸਭ ਤਕਰੀਆਂ ਨੇ ਸਿੱਖ ਸੰਗਤਾਂ, ਬਾਣੀ ਉਚਾਰਨ ਲੱਗੇ ਨੇ। ਸ਼ਾਹ ਹੁਸੈਨੋ ਬਾਚ। ਇਹ ਸ਼ਾਹ ਹੁਸੈਨ ਦੀ ਜੋ ਬਾਣੀ ਹੈ ਉਸ ਦੇ ਬਾਕ ਨੇ। ਚੁੱਪ ਵੇ ਅੜਿਆ, ਚੁੱਪ ਵੇ ਅੜਿਆ। ਇਸ ਤੇ ਉਚਾਰਿਆ ਹੈ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਰੁੱਤ ਵੇ ਅੜਿਆ। ਇਸ ਤਰ੍ਹਾਂ ਇਸ ਨੇ ਬਾਣੀ ਉਚਾਰੀ ਕਿ ਚੁੱਪ ਹੀ ਰਹਿਣਾ ਚਾਹੀਦਾ ਹੈ, ਕਦੇ ਬੋਲਣਾ ਨਹੀਂ ਚਾਹੀਦਾ। ਬੋਲਣ ਦੀ ਨਹੀਂ ਜਾ ਵੇੜਿਆ। ਇਹ ਬੋਲਣ ਦੀ ਥਾਂ ਹੀ ਨਹੀਂ ਹੈ। ਸਜਣਾ ਬੋਲਣ ਦੀ ਜਾਏ ਨਹੀਂ। ਸਜਣਾ ਇਹ ਤਾਂ ਬੋਲਣ ਦੀ ਕੋਈ ਜਗ੍ਹਾ ਨਹੀਂ ਹੈ। ਅੰਦਰ ਬਾਹਰ ਹਿੱਕਾ ਸਾਈਂ। ਅੰਦਰ ਤੇ ਬਾਹਰ ਇੱਕ ਕਾਲ ਵਸਦਾ ਹੈ, ਬੋਲਣਾ ਕਾਤੋਂ ਹੈ। ਕਿਸ ਨੂੰ ਆਖ ਸੁਣਾਈ। ਤੇ ਕਿਹਨੂੰ ਆਖ ਕੇ ਸੁਣਾਉਣਾ ਹੈ। ਇੱਕੋ ਦਿਲਬਰ ਸਭ ਕਟ ਰਵਿਆ। ਇੱਕੋ ਹੀ ਦਿਲਾਂ ਦਾ ਮਾਲਕ ਸਭ ਦੇ ਦਿਲਾਂ ਵਿੱਚ ਵਸਦਾ ਹੈ। ਦੂਜੀ ਨਹੀਂ ਕਦਾਈ। ਤੇ ਦੂਜੀ ਤਾਂ ਕੋਈ ਜਗ੍ਹਾ ਹੀ ਨਹੀਂ ਹੈਗੀ, ਦੂਜਾ ਹੋਰ ਕੋਈ ਹੈ ਹੀ ਨਹੀਂ ਹੈ। ਕਹੈ ਹੁਸੈਨ ਫਕੀਰ ਨਿਮਾਣਾ। ਤੇ ਆਪਣਾ ਨਾਮ ਪਾ ਕੇ ਕਹਿੰਦਾ ਹੈ ਨਿਮਾਣਾ। ਸ਼ਾਹ ਹੁਸੈਨ ਫਕੀਰ ਆਖਦਾ ਹੈ। ਸਤਿਗੁਰ ਥੋ ਬਲ ਬਲ ਜਾਹੀ। ਸਤਿਗੁਰ ਤੋਂ ਬਲ ਬਲ ਜਾਣਾ ਚਾਹੀਦਾ ਹੈ। ਜਦੋਂ ਇਸ ਤਰ੍ਹਾਂ ਇਸ ਨੇ ਆਪਣੀ ਬਾਣੀ ਉਚਾਰਨ ਕੀਤੀ ਹੈ। ਸਵਈਆ ਛੰਦ ਸ੍ਰੀ ਅਰਜਨ ਮੁਸਕਾਵਤ ਬੋਲੇ। ਹਜੂਰ ਹੱਸ ਪਏ ਨੇ ਬਾਣੀ ਸੁਣ ਕੇ ਕਿ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨੀ ਰੁੱਤ ਵੇ ਅੜਿਆ। ਸਿੱਖ ਵੀ ਥੋੜਾ ਜਿਹਾ ਮੁਸਕਰਾਏ ਨੇ। ਹਜੂਰ ਨੇ ਕਿਹਾ ਹੈ ਸ਼ਾਹ ਹੁਸੈਨ ਜੀ
ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਘਰ ਦਾ ਸਿਧਾਂਤ ਹੈ। ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਐ ਕਿਛ ਕਹੀਐ। ਕੁਝ ਸੁਣ ਲੈਣਾ ਚਾਹੀਦਾ ਹੈ ਗਿਆਨ, ਕੁਝ ਸੁਣਾ ਦੇਣਾ ਚਾਹੀਦਾ ਹੈ। ਪਰ ਇਹ ਵੀ ਦੱਸਿਆ ਹੈ ਮਿਲੈ ਸੰਤ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸ਼ਟ ਕਰ ਰਹੀਐ। ਜੇ ਸੰਤ ਮਿਲੈ ਤਾਂ ਕੁਝ ਗਿਆਨ ਦੀ ਗੋਸ਼ਟ ਕਰ ਲੈਣੀ ਚਾਹੀਦੀ ਹੈ। ਪ੍ਰਭੂ ਪਤੀ ਪਰਮਾਤਮਾ ਦੀ ਸਿਫਤ ਸਲਾਹ ਕਰ ਲੈਣੀ ਚਾਹੀਦੀ ਹੈ। ਜੇ ਕੋਈ ਗੁਰੂ ਤੋਂ ਬੇਮੁਖ ਮਿਲਦਾ ਹੈ ਤਾਂ ਮਸ਼ਟ ਭਾਵ ਚੋਪੀ ਧਾਰਨ ਕਰ ਲੈਣੀ ਚਾਹੀਦੀ ਹੈ। ਹਜੂਰ ਨੇ ਕਿਹਾ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਸਿਧਾਂਤ ਸ਼ਾਹ ਹੁਸੈਨ ਇਹ ਹੈ। ਹਜੂਰ ਨੇ ਰਸਨਾ ਗਿਆਨ ਵਾਸਤੇ ਲਾਈ ਹੈ। ਇਸ ਕਰਕੇ ਕੁਝ ਗਿਆਨ ਸੁਣ ਲੈਣਾ ਚਾਹੀਦਾ ਹੈ, ਕੁਝ ਸੁਣਾ ਦੇਣਾ ਚਾਹੀਦਾ ਹੈ। ਸ੍ਰੀ ਅਰਜਨ ਮੁਸਕਾਵਤ ਬੋਲੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਹਜੂਰ ਮੁਸਕਰਾਏ ਹਨ ਤੇ ਬੋਲੇ ਹਨ। ਕਰੁਣਾ ਭਰੇ ਰਸੀਲੇ ਨੈਣ, ਕਿਰਪਾ ਦੇ ਭਰੇ ਸਤਿਗੁਰ ਜੀਆਂ ਦੇ ਨਾਮ ਵਿੱਚ ਰਸੇ ਨੇਤਰ ਹਨ। ਭਲਾ ਕਹਿਓ ਚੁੱਪ ਕਰੋ ਹਿਰਦੈ ਰੱਖ। ਸ਼ਾਹ ਹੁਸੈਨ ਭਲਾ ਕਿਹਾ ਹੈ ਤੁਸੀਂ ਕਿ ਹਿਰਦੇ ਵਿੱਚ ਚੁੱਪ ਧਾਰਨ ਕਰਨੀ ਹੈ। ਰਹੋ ਅਬੋਲੇ ਸ਼ਾਹ ਹੁਸੈਨ। ਤੇ ਜਦੋਂ ਹਜੂਰ ਨੇ ਆਪਣਾ ਆਂਛਾ ਸੁਣਾਇਆ ਹੈ, ਸ਼ਾਹ ਹੁਸੈਨ ਵੀ ਫਿਰ ਚੁੱਪ ਕਰ ਗਿਆ ਹੈ ਕਿ ਕੇਵਲ ਮੇਰੀ ਬਾਣੀ ਵਿੱਚ ਬ੍ਰਹਮ ਗਿਆਨ ਹੀ ਹੈ, ਭਗਤੀ ਤੇ ਪ੍ਰੇਮ ਦਾ ਉਪਦੇਸ਼ ਹੀ ਨਹੀਂ ਸਮਝ ਗਿਆ ਹੈ। ਤੇ ਹਜੂਰ ਨੇ ਵੀ ਕਹਿ ਦਿੱਤਾ ਹੈ ਸ਼ਾਹ ਹੁਸੈਨ ਜੀ ਫਿਰ ਤੁਸੀਂ ਵੀ ਚੁੱਪ ਕਰ ਜਾਵੋ। ਇਹ ਤਿੰਨੋ ਸ੍ਰੀ ਗੁਰ ਕੇ ਸਨਮੁਖ, ਇਹ ਤਿੰਨੇ ਸਾਧ ਸੰਗਤ ਜੀ ਚਾਰੇ ਫਿਰ ਗੁਰੂ ਜੀਆਂ ਦੇ ਸਨਮੁਖ ਖੜੇ ਨੇ। ਪ੍ਰਤ ਉੱਤਰ ਕੋ ਕਹਿਓ ਨਾ ਬੈਨ। ਇਹਨਾਂ ਨੇ ਕੋਈ ਵੀ ਫਿਰ ਹਜੂਰ ਦੇ ਅੱਗੇ ਉੱਤਰ ਨਹੀਂ ਕਹਿਣਾ ਕੀਤਾ। ਪਾਏ ਪ੍ਰਥਮ ਸਹੀ ਸਰਾਪ ਘੋਰ। ਕਿਉਂਕਿ ਪਹਿਲਾ ਹੀ ਕਾन्हा ਜੀ ਜਦੋਂ ਉਹਨਾਂ ਦੀ ਬਾਣੀ ਨਹੀਂ ਉਚਾਰੀ, ਹਜੂਰ ਨੂੰ ਕੌੜੇ ਬਚਨ ਬੋਲਣ ਲੱਗਾ ਸੀ। ਹਜੂਰ ਨੇ ਕਹਿ ਦਿੱਤਾ ਸੀ ਜਿਹੜੇ 10ਵੇਂ ਦੁਆਰ ਦਾ ਮਾਣ ਕਰਦਾ ਹੈ ਪਹਿਲਾ ਉਹੀ ਟੁੱਟੇਗਾ। ਫਿਰ ਇਹ ਤਿੰਨਾਂ ਨੇ ਬਾਣੀ ਹੁਣ ਉਚਾਰੀ ਹੈ। ਇਹ ਤਿੰਨ ਕੁਝ ਬੋਲੇ ਹੀ ਨਹੀਂ ਹਜੂਰ ਦੇ ਡਰ ਤੋਂ ਕਿ ਸਾਨੂੰ ਵੀ ਕੋਈ ਬਚਨ ਨਾ ਖੋ ਜਾਣ। ਬਹੁ ਆਂਤੇ ਸ਼ਾਂਤ ਕੀਨ ਮਨ ਚੈਨ। ਇਸੇ ਕਰਕੇ ਸਾਧ ਸੰਗਤ ਜੀ ਬਹੁ ਆਂਤੇ ਸ਼ਾਂਤ ਕੀਨ ਮਨ ਚੈਨ, ਫਿਰ ਮਨ ਦੇ ਵਿੱਚ ਸ਼ਾਂਤੀ ਧਾਰਨ ਕਰਕੇ ਤੇ ਇਨ ਚੱਲ ਪਏ ਹਨ। ਅਨ ਰਸ ਪਇਓ ਸੰਗ ਸ੍ਰੀ ਗੁਰ ਕੇ। ਇਹ ਅਨ ਰਸ ਭਾਵ ਪ੍ਰੇਮ ਨਹੀਂ ਹੈ, ਰਸ ਨਹੀਂ ਰੱਖਿਆ ਸਤਿਗੁਰ ਜੀਆਂ ਨਾਲ, ਪਰ ਡਰ ਵੀ ਹੈ। ਹਜੂਰ ਦੇ ਨਾਲ ਥੋੜਾ ਡਰ ਧਾਰਨ ਕਰਕੇ ਪਰ ਪ੍ਰੇਮ ਇਹਨਾਂ ਦੇ ਹਿਰਦੇ ਵਿੱਚ ਨਹੀਂ ਹੈ। ਉੱਠ ਕਰ ਗਮਨੇ ਲਵਪੁਰ ਔਰ। ਇਹ ਆਪਣੇ ਲਾਹੌਰ ਜਿੱਥੋਂ ਆਏ ਨੇ ਉਧਰ ਨੂੰ ਉੱਠ ਕੇ ਚੱਲ ਪਏ ਨੇ। ਸ੍ਰੀ ਅੰਮ੍ਰਿਤਸਰ ਨਹੀਂ ਬਾਸ ਕੀਏ। ਇਹਨਾਂ ਨੇ ਫਿਰ ਇੱਕ ਦਿਨ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਵਾਸ ਨਹੀਂ ਕੀਤਾ। ਬਸ ਨਾ ਚੱਲਿਓ ਕੁਛ ਲਖ ਗੁਰ ਜੋਰ। ਤੇ ਮਹਾਰਾਜ ਜੀਆਂ ਦਾ ਭਾਰੀ ਪ੍ਰਤਾਪ ਜਾਣ ਕੇ ਇਹਨਾਂ ਦਾ ਵਸ ਨਹੀਂ ਚੱਲਿਆ। ਮਨ ਵਿੱਚ ਖੋਟ ਤਾਂ ਹੈ ਪਰ ਕੁਝ ਕਰ ਨਹੀਂ ਸਕਦੇ। ਨਿਜ ਆਵਨ ਕੋ ਕਰ ਪਛਤਾਵਨ। ਫਿਰ ਆਪਣਾ ਆਉਣਾ ਇੱਥੇ ਪਛਤਾਉਣਾ ਕੀਤਾ ਹੈ, ਮਨ ਵਿੱਚ ਝੂਰਦੇ ਨੇ। ਲਹਿਓ ਅਨਾਦਰ ਸਰਾਪ ਜੋ ਘੋਰ। ਕਹਿੰਦੇ ਨੇ ਇੱਕ ਤਾਂ ਨਾਦਰ ਹੋਇਆ ਹੈ ਸਭਾ ਦੇ ਵਿੱਚ, ਸੰਸਾਰ ਸਾਨੂੰ ਭਗਤ ਕਹਿੰਦਾ ਹੈ ਤੇ ਕਾਨੇ ਨੂੰ ਸ਼ਰਾਪ ਵੀ ਮਿਲ ਗਿਆ ਹੈ। ਰਹਿਤ ਸਦਨ ਆਪਣੇ ਚਿਤ ਰਖਤ। ਫਿਰ ਕਹਿੰਦੇ ਨੇ ਇਹਦੂ ਚੰਗਾ ਹੁੰਦਾ ਆਪਣੇ ਘਰ ਦੇ ਵਿੱਚ ਹੀ ਰਹਿੰਦੇ। ਇਮ ਆਵਤ ਇਮ ਹੋਏ ਇਸ ਠੌਰ। ਤੇ ਕਾਤੋਂ ਇੱਥੇ ਆਉਣਾ ਸੀ ਜੇ ਇਸ ਤਰ੍ਹਾਂ ਹੋਣਾ ਸੀ। ਤਬ ਸਿਆੰਦਨ ਮਹਿ ਕਾਨਾ ਚੜ। ਫਿਰ ਸਾਧ ਸੰਗਤ ਜੀ ਇਹ ਜੋ ਕਾਨਾ ਭਗਤ ਇਹਨਾਂ ਦਾ ਮੋਹਰੀ ਅੱਗੇ ਲੱਗ ਕੇ ਚੱਲਦਾ ਸੀ, ਹਜੂਰ ਨੇ ਬਚਨ ਕਹੇ ਸੀ 10ਵਾਂ ਟੁੱਟੇਗਾ, ਇਹ ਰੱਥ ਤੇ ਚੜਿਆ ਹੈ। ਇਹ ਵੀ ਮਹਾਰਾਜ ਜੀਆਂ ਨੇ ਕਿਹਾ ਸੀ ਇਹਨੂੰ ਲਾਹੌਰ ਵੀ ਨਹੀਂ ਵੜਨ ਦਿੰਦੇ। ਜਦੋਂ ਲਾਹੌਰ ਨੂੰ ਇਹਨੇ ਚਾਲਾ ਪਾਇਆ, ਕੁਝ ਕੁ ਦੂਰੀ ਤੇ ਸੀ ਲਾਹੌਰ ਦੀ, ਇਹਨੇ ਕਿਹਾ ਸੀ ਮੈਂ 10ਵੇਂ ਦੁਆਰ ਵਿੱਚ ਸਵਾਸ ਚੜਾ ਲਵਾਂਗਾ, ਉਥੇ ਮੈਨੂੰ ਕਾਲ ਨਹੀਂ ਆ ਕੇ ਖਾ ਸਕਦਾ। ਇਹ ਰੱਥ ਤੇ ਚੜਿਆ ਜਾਂਦਾ ਹੈ। ਇੱਕਦਮ ਲਾਹੌਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਹਨੇਰੀ ਚੱਲਦੀ ਹੈ, ਰੱਥ ਟੋਏ ਵਿੱਚ ਵੱਜਦਾ ਹੈ।
ਅੰਧਾ ਕੁੱਪ ਹੋ ਜਾਂਦਾ ਹੈ। ਇਹ ਰਥ ਤੋਂ ਥੱਲੇ ਡਿੱਗਦਾ ਹੈ ਤੇ ਜ਼ਮੀਨ ਤੇ ਲੇਟ ਜਾਂਦਾ। ਰਥ ਦਾ ਪਹੀਆ ਇਹਦੇ ਸਿਰ ਤੋਂ ਲੰਘ ਗਿਆ, ਮਿੱਝ ਵਿੱਚੇ ਨਿਕਲ ਗਈ ਤੇ ਮਹਾਰਾਜ ਜੀਆਂ ਦੇ ਬਚਨ ਸੱਤ ਹੋ ਗਏ ਕਿ 10ਵਾਂ ਹੀ ਟੁੱਟੇਗਾ। ਇਸ ਤਰ੍ਹਾਂ ਇਸ ਕਾਨੇ ਦੀ ਸਾਧ ਸੰਗਤ ਜੀ ਮ੍ਰਿਤਿੂ ਹੁੰਦੀ ਹੈ। ਅੱਗੇ ਫਿਰ ਕਵੀ ਜੀ ਜਿਸ ਤਰ੍ਹਾਂ ਫਰਮਾਉਂਦੇ ਹਨ, ਸੰਸਕਾਰਿਓ ਮਿਲ ਨਰਨ ਉਚਾਰਿਓ। ਉਸ ਸਮੇਂ ਜਦੋਂ ਇਸ ਦਾ ਸੰਸਕਾਰ ਕਰ ਰਹੇ ਹਨ ਲਾਹੌਰ ਦੇ ਲੋਕ, ਆਪਸ ਵਿੱਚ ਉਹ ਗੱਲਾਂ ਕਰਦੇ ਨੇ, ਕਹਾਂ ਪਇਓ ਇਸ ਬੈਸ ਮਹਾਨ। ਕਹਿੰਦੇ ਹਨ ਇਹ ਤਾਂ ਕਹਿੰਦਾ ਸੀ ਮੇਰੀ ਬੜੀ ਲੰਮੀ ਉਮਰ ਹੈ, ਇਹਦੀ ਉਮਰ ਨੂੰ ਹੁਣ ਕੀ ਹੋ ਗਿਆ ਹੈ। ਸਕਲ ਪ੍ਰਸੰਗ ਸੁਨਾਇਓ ਲਭਪੁਰ। ਉਸ ਸਮੇਂ ਜੋ ਨਾਲ ਦੇ 3 ਹੋਰ ਹਨ, ਪੀਲੋ, ਛੱਜੂ, ਸ਼ਾਹ ਹੁਸੈਨ, ਇਹਨਾਂ ਨੇ ਲਾਹੌਰ ਦੀਆਂ ਸੰਗਤਾਂ ਨੂੰ ਸਾਰੀ ਉਹ ਅੰਮ੍ਰਿਤਸਰ ਸਾਹਿਬ ਦੀ ਵਾਰਤਾ ਸੁਣਾਉਣਾ ਕੀਤੀ ਹੈ। ਤਿਨਹੋ ਭਗਤ ਸੁਬਾਕ ਬਖਾਨ। ਉਹਨਾਂ 3 ਭਗਤਾਂ ਨੇ ਫਿਰ ਸੰਗਤਾਂ ਨੂੰ ਜਿਸ ਤਰ੍ਹਾਂ ਦੱਸ ਰਹੇ ਹਨ, ਸੁਨ ਸਭ ਸਤਿਗੁਰ ਲਖਿਓ ਪ੍ਰਤਾਪੀ। ਉਸ ਸਮੇਂ ਇਹਨਾਂ ਦੱਸਿਆ ਹੈ ਕਿ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਾਰੀ ਵਾਰਤਾ ਸੁਣਾ ਕੇ ਸੰਗਤ ਵਿੱਚ ਬਿਦਤ ਹੋ ਗਿਆ ਹੈ ਕਿ ਭਾਰੀ ਪ੍ਰਤਾਪ ਦੇ ਸਹਿਤ ਹਜੂਰ ਤਖਤ ਤੇ ਸੱਜੇ ਨੇ। ਕਹਿਬ ਰਾਮਚੰਦ ਕੇ ਬਾਨ। ਉਹਨਾਂ ਦੇ ਬਚਨ ਇਸ ਤਰ੍ਹਾਂ ਹੈ, ਕਵੀ ਜੀ ਅਲੰਕਾਰ ਬੰਨ ਕੇ ਦੱਸਦੇ ਨੇ, ਜਿੱਦਾਂ ਸ਼੍ਰੀ ਰਾਮਚੰਦਰ ਜੀਆਂ ਦੇ ਤੀਰ ਕਹਿੰਦੇ ਹਨ ਨਾ ਅਚੋਕਣੇ, ਕਦੇ ਚੁੱਕਦੇ ਨਹੀਂ, ਸਿੱਧਾ ਨਿਸ਼ਾਨੇ ਨੂੰ ਵਿੰਨ ਦਿੰਦੇ ਨੇ। ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਸ਼੍ਰੀ ਰਾਮਚੰਦਰ ਜੀਆਂ ਦੇ ਬਾਣ ਵਰਗੇ ਹਨ। ਨਿਸ਼ਫਲ ਹੋਏ ਨਾ ਸੁਖ ਦੁਖਦਾਇਕ। ਕਦੇ ਨਿਸਫਲ ਨਹੀਂ ਜਾਂਦੇ। ਜੇ ਸੁਖ ਦੇ ਬਚਨ ਕਹਿ ਦਿੱਤੇ, ਰਿੱਧੀਆਂ ਸਿੱਧੀਆਂ ਭਰਪੂਰ ਹੋ ਜਾਂਦੀਆਂ ਨੇ, ਦਾਸੀਆਂ ਬਣ ਜਾਂਦੀਆਂ ਨੇ। ਜੇ ਥੋੜੇ ਵੀਰ ਰਸ ਚ ਸਤਿਗੁਰ ਜੀ ਬਚਨ ਕਰ ਦੇਣ ਤਾਂ ਮਹਾਰਾਜ ਜੀ ਜੜਾਂ ਹੀ ਪੱਟ ਦਿੰਦੇ ਨੇ। ਅਚਰਜ ਪਇਓ ਵੱਡੋ ਸਭ ਜਾਨ। ਇਹ ਸਭ ਅਚਰਜ ਹੋ ਗਏ ਨੇ ਲਾਹੌਰ ਦੀਆਂ ਸੰਗਤਾਂ। ਐਸੀ ਅਚਰਜ ਬਾਤ ਵਾਪਰੀ ਹੈ। ਕੌਣ ਅਰੈ ਸਤਿਗੁਰ ਕੇ ਆਗੇ। ਕਵੀ ਜੀ ਕਹਿੰਦੇ ਹਨ, ਐਸਾ ਕੌਣ ਹੈ ਜੋ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਅੱਗੇ ਖਲੋ ਸਕਦਾ ਹੈ। ਅਮਰ ਮਰੈ ਅਚਲ ਜੋ ਚਲ ਜਾਏ। ਜਿਹੜੇ ਕਹਿੰਦੇ ਸੀ ਅਸੀਂ ਅਮਰ ਹਾਂ, ਉਹ ਮਰ ਜਾਂਦੇ ਨੇ। ਜਿਹੜੇ ਅਚਲ ਨੇ ਭਾਵ ਪਰਬਤਾਂ ਦੀ ਨਿਆਈ, ਉਹ ਵੀ ਚਲਾਏਮਾਨ ਹੋ ਜਾਂਦੇ ਨੇ। ਸਤਿਗੁਰ ਜੀਆਂ ਨੂੰ ਰਾਹ ਛੱਡ ਕੇ ਪ੍ਰਣਾਮ ਕਰਦੇ ਨੇ। ਵੱਡ ਅਥਾਏ ਕੋ ਥਾਏ ਦੇਤ ਕਰ। ਜਿਹਨੂੰ ਕੋਈ ਥਾਂ ਨਹੀਂ ਹੁੰਦੀ, ਜਿਹਨੂੰ ਦਾਰਾ ਸ਼ਿਕੋ ਵਰਗੇ ਨੂੰ ਕੋਈ ਨਹੀਂ ਸੀ ਰੱਖਦਾ, ਸਤਿਗੁਰ ਜੀ ਉਹਨੂੰ ਥਾਂ ਦੇ ਦਿੰਦੇ ਨੇ। ਮਹਾਬਲੀ ਤਤ ਛਿਨ ਨਿਭਲਾਏ। ਜਿਹੜੇ ਬੜੇ ਵੱਡੇ ਮਹਾਬਲੀ ਬਣ ਕੇ ਆਉਂਦੇ ਨੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਅੱਗੇ ਨਿਰਬਲ ਹੋ ਜਾਂਦੇ ਨੇ। ਬਿੱਲੀ ਦੀ ਨਿਆਈ ਮੇਰ ਵਡਾਈ ਰਾਈ ਥਾਨਤ। ਜੇ ਕੋਈ ਪਰਬਤ ਸਤਿਗੁਰ ਜੀਆਂ ਦੇ ਅੱਗੇ ਖਲਾਉਂਦੀ ਹੈ, ਚਟਾਨ ਸੁਮੇਰ ਪਰਬਤ, ਉਹ ਰਾਈ ਭਾਵ ਰੇਤਾ ਦੇ ਕਿਣਕੇ ਦੀ ਨਿਆਈ ਸਤਿਗੁਰ ਜੀਆਂ ਦੇ ਅੱਗੇ ਹੋ ਜਾਂਦੇ ਨੇ। ਪਾਤਸ਼ਾਹ ਕੋ ਰੰਕ ਬਣਾਏ। ਜੇ ਪਾਤਸ਼ਾਹ ਹੋਣ, ਹਜੂਰ ਭਜਨ ਕਰਕੇ ਹੀ ਉਸ ਨੂੰ ਭਾਵ ਕੰਗਾਲ ਬਣਾ ਦੇਣ। ਮਹਾ ਸੂਰਮਾ ਕਾਇਰ ਹੋਵੇ। ਤੇ ਵੱਡੇ ਵੱਡੇ ਸੂਰਮੇ ਹਜੂਰ ਦਾ ਭਾਰੀ ਪ੍ਰਤਾਪ ਤੱਕ ਕੇ ਰਣ ਭੂਮੀ ਵਿੱਚ ਕਾਇਰ ਹੋ ਜਾਂਦੇ ਨੇ। ਗੁਰ ਰਿਸ ਤਨਕ ਜੇ ਦ੍ਰਿਸ਼ਟ ਚਲਾਏ। ਹਜੂਰ ਜੇ ਵੀਰ ਰਸ ਨਾਲ ਕਿਸੇ ਵੱਲ ਨਿਗਾਹ ਪੱਟ ਕੇ ਸਤਿਗੁਰ ਜੀ ਤੱਕ ਦੇਣ। ਇਮ ਬਿਰਤਾਂਤ ਪਾਚਾਰਣ ਭਗਤਨ। ਤੇ ਇਸ ਤਰ੍ਹਾਂ 4 ਭਗਤਾਂ ਨੇ ਦੱਸਿਆ ਹੈ, ਜਲ ਤੇ ਥਲ ਕਰ। ਮਹਾਰਾਜ ਜੀ ਚਾਹੇ ਜਲਾਂ ਤੋਂ ਥਲ ਕਰ ਦੇਣ, ਹਰ ਕੀ ਗਤ ਨਹਿ ਕੋ ਜਾਣੈ। ਜੋਗੀ ਜਪੀ ਤਪੀ ਪਚਹਾਰੇ, ਅਰ ਬਹੁ ਲੋਗ ਸਿਆਨੈ। ਛਿਨ ਮੈਂ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੈ। ਰੀਤੈ ਭਰੈ ਭਰੈ ਸਖਨਾਵੈ, ਯਹ ਤਾ ਕੋ ਵਿਵਹਾਰੈ। ਹਜੂਰ ਦੀ ਗਤੀ ਮਰਿਆਦਾ ਨੂੰ ਕੋਈ ਨਹੀਂ ਜਾਣ ਸਕਦਾ ਕਿ ਸਤਿਗੁਰ ਜੀਆਂ ਨੇ ਕੀ ਕਰ ਦੇਣਾ ਹੈ। ਚਾਹੇ ਮਹਾਰਾਜ ਜੀ ਰਾਜੇ ਤੋਂ ਕੰਗਾਲ ਕਰ ਦੇਣ, ਛਿਨ ਮਾਤਰ ਸਮਾਂ ਲੱਗਦਾ ਹੈ। ਬੇਅੰਤ ਇਤਿਹਾਸ ਵਿੱਚ ਪ੍ਰਮਾਣ ਆਉਂਦੇ ਹਨ ਸਾਧ ਸੰਗਤ ਜੀ, ਪਰ ਸਮਾਂ ਆਪਣੇ ਕੋਲ ਸੀਮਤ ਹੈ। ਫਿਰ ਮਹਾਰਾਜ ਜੀ ਕਹਿੰਦੇ ਹਨ, ਨਦੀਆਂ ਵਿੱਚ ਟਿੱਬੈ ਦਿਖਾਲੈ, ਥਲੀ ਕਰੈ ਅਸਗਾ।
ਚਾਹੇ ਹਜੂਰ ਜਿੱਥੇ ਨਦੀਆਂ ਵਗਦੀਆਂ ਨੇ ਮਾਰੂ ਥਲ ਬਣਾ ਦੇਣ, ਜਿੱਥੇ ਮਾਰੂ ਥਲ ਹੈ ਹਜੂਰ ਨਦੀਆਂ ਵਗਾ ਦੇਣ। ਅੰਤਰੀਵ ਭਾਵ ਜਾਣਨੇ, ਜਿੱਥੇ ਕਦੇ ਵੀ ਗੁਰਸਿੱਖੀ ਨਹੀਂ ਹੈ, ਭਾਵ ਜਿੱਥੇ ਮਾਰੂ ਥਲ ਦੀ ਨਿਆਈ ਹਿਰਦੇ ਸੜੇ ਨੇ, ਚਿਹਰੇ ਮੁਰਝਾਏ ਹੋਏ ਨੇ, ਸਤਿਗੁਰ ਜੀ ਸਿੱਖੀ ਦੀ ਚਾਹ ਵਿੱਚ ਨਦੀ ਚਲਾ ਦੇਣ, ਐਸਾ ਪ੍ਰੇਮ ਹਿਰਦੇ ਨੂੰ ਲਾ ਦੇਣ। ਫਿਰ ਕਦੇ ਮਾਣ ਨਹੀਂ ਕਰਨਾ ਚਾਹੀਦਾ ਗੁਰਸਿੱਖ ਨੂੰ। ਹਜੂਰ ਜੇ ਵਗਦੀਆਂ ਨਦੀਆਂ ਤੋਂ ਮਾਰੂ ਥਲ ਵੀ ਬਣਾ ਸਕਦੇ ਨੇ, ਸਿੱਖੀ ਤੋਂ ਹੀ ਬੇਮੁਖ ਕਰ ਦੇਣ, ਇਹ ਤਾਂ ਸਤਿਗੁਰ ਜੀਆਂ ਦੀ ਮੌਜ ਹੈ। ਐਸੇ ਉਹ ਤਿੰਨੋਂ ਭਗਤ ਸਤਿਗੁਰ ਜੀਆਂ ਦਾ ਜਸ ਗਾਉਂਦੇ ਨੇ। ਕਿਤੇ ਸ੍ਰੀ ਗੁਰੂ ਗ੍ਰੰਥ ਲਿਖਾਏ। ਫਿਰ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਹਜੂਰ ਰਚਨਾ ਕਰ ਰਹੇ ਨੇ। ਰਾਗ ਪ੍ਰਭਾਤੀ ਲਗ ਜੋ ਸ਼ਬਦ, ਤੇ ਹੁਣ ਰਾਗ ਪ੍ਰਭਾਤੀ ਤਿਕਰ ਸਤਿਗੁਰ ਜੀਆਂ ਨੇ ਸ਼ਬਦ ਉਚਾਰਨ ਕਰ ਦਿੱਤੇ ਨੇ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਲਿਖਵਾ ਦਿੱਤੇ ਨੇ। ਸ਼ੁਭ ਗਾਵਨ ਰੀਤੀ ਦਏ ਬਣਾਏ। ਮਹਾਰਾਜ ਜੀਆਂ ਨੇ ਬੜੇ ਸੁੰਦਰ ਢੰਗ ਨਾਲ ਰਾਗਾਂ ਦੇ ਸਮੇਤ ਬੜੀ ਇੱਕ ਜਿੱਦਾਂ ਹੀਰਿਆਂ ਮੋਤੀਆਂ ਦੀ ਮਾਲਾ ਪਰੋਈ ਦੀ ਹੈ, ਸਤਿਗੁਰ ਜੀਆਂ ਨੇ ਇਸ ਤਰ੍ਹਾਂ ਬਾਣੀ ਲਿਖਵਾਈ ਹੈ। ਬਹੁਰ ਸ਼ਲੋਕ ਜੋ ਸੰਸਕ੍ਰਿਤ ਕੇ। ਫਿਰ ਸਾਧ ਸੰਗਤ ਜੀ ਇਹ ਜੋ ਕਰਤਾਰਪੁਰ ਸਾਹਿਬ ਵਾਲੀ ਬੀੜ ਹੈ, ਇਸ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਦਰਜ ਨਹੀਂ ਹੈ, ਕਿਉਂਕਿ ਉਹ ਬਾਜਾਂ ਵਾਲੇ ਪਿਤਾ ਜੀਆਂ ਨੇ ਫਿਰ ਦਮਦਮਾ ਸਾਹਿਬ ਵਾਲੇ ਸਥਾਨ ਤੇ ਹਜੂਰ ਨੇ ਉਹ ਬਾਣੀ ਇਕੱਤਰ ਕਰਵਾਈ ਸੀ। ਇਹ ਜੋ ਪਹਿਲੀ ਬੀੜ ਸੀ ਇਹ ਪ੍ਰਭਾਤੀ ਰਾਗ ਤਿੱਕਰ ਸੀ। ਰਾਗ ਜੈਜਾਵੰਤੀ ਵਿੱਚ ਕੇਵਲ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਬਾਣੀ ਹੈ। ਇਸੇ ਤਰ੍ਹਾਂ ਜਿੱਦਾਂ ਸ੍ਰੀ ਰਾਗ ਰਾਤ ਦੇ ਪਹਿਲੇ ਪਹਿਰ ਵਿਖੇ ਗਾਇਆ ਜਾਂਦਾ ਹੈ, ਪ੍ਰਭਾਤੀ ਰਾਗ ਇਹ ਅੰਮ੍ਰਿਤ ਵੇਲੇ ਦਾ ਜਦੋਂ ਸੂਰਜ ਚੜ੍ਹਦਾ ਹੈ। ਇਸ ਤੋਂ ਇਹ ਵਾਚਕ ਵੀ ਗੁਰਸਿੱਖ ਜਾਣਦੇ ਨੇ, ਜਦੋਂ ਅਗਿਆਨ ਦੀ ਰਾਤ ਚੜ੍ਹਦੀ ਹੈ ਸ੍ਰੀ ਰਾਗ ਤੋਂ ਬਾਣੀ ਆਰੰਭ ਕਰੀਦੀ ਹੈ। ਗੁਰੂ ਦੇ ਗਿਆਨ ਨਾਲ ਪ੍ਰਭਾਤੀ ਪ੍ਰਭਾਤ ਹੋ ਆਉਂਦੀ ਹੈ, ਹਿਰਦੇ ਦੇ ਵਿੱਚ ਗਿਆਨ ਦਾ ਚਾਨਣ ਚੜ ਜਾਂਦਾ ਹੈ। ਹਜੂਰ ਨੇ ਕਰਮਵਾਰੇ ਬਾਣੀ ਸਾਧ ਸੰਗਤ ਜੀ ਦਰਜ ਕੀਤੀ ਹੈ। ਫਿਰ ਕੁਝ ਰਾਗਾਂ ਤੋਂ ਰਹਿਤ ਬਾਣੀ ਹੈ, ਜਿਸ ਤਰ੍ਹਾਂ ਹੁਣ ਕਵੀ ਜੀ ਸ਼ਲੋਕ ਸਹਿਸਕ੍ਰਿਤੀ ਬਾਰੇ ਦੱਸ ਰਹੇ ਹਨ ਕਿ ਉਹ ਸਤਿਗੁਰ ਜੀਆਂ ਨੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ ਦਰਜ ਕਰਵਾਈ ਹੈ। ਸੋ ਗੁਰਦਾਸ ਲਿਖੇ ਹਰ ਖਾਏ। ਫਿਰ ਭਾਈ ਗੁਰਦਾਸ ਜੀ ਧੰਨ ਉਹ ਆਪਣੇ ਕਰ ਕਮਲਾਂ ਨਾਲ ਸਾਧ ਸੰਗਤ ਜੀ ਸਾਰੀ ਗੁਰਬਾਣੀ ਲਿਖ ਰਹੇ ਹਨ। ਜਿਮ ਇਹੋ ਬਣੇ ਪ੍ਰਸੰਗ ਸੋ ਉਚਰੋ। ਕਵੀ ਜੀ ਕਹਿੰਦੇ ਹਨ ਜਿਸ ਤਰ੍ਹਾਂ ਹਜੂਰ ਨੇ ਸ਼ਲੋਕ ਸਹਿਸਕ੍ਰਿਤੀ ਦੀ ਬਾਣੀ ਉਚਾਰਨ ਕੀਤੀ ਹੈ, ਉਹ ਵਾਲਾ ਪ੍ਰਸੰਗ ਅਸੀਂ ਤੁਹਾਨੂੰ ਹੁਣ ਸੁਣਾਉਨੇ ਹਾਂ। ਸਰੋਤਨ ਕੇ ਸੰਦੇਹ ਮਿਟਾਏ। ਤੇ ਸਰੋਤਿਆਂ ਦਾ ਸਭ ਸੰਸਾ ਮਿਟ ਜਾਵੇ ਤੇ ਗਿਆਨ ਹੋ ਆਵੇ। ਨਾਲੇ ਬਾਣੀ ਦੀ ਉਪਮਾ ਕਵੀ ਜੀ ਗਾਉਂਦੇ ਨੇ। ਕਾਸ਼ੀ ਤੇ ਇੱਕ ਦਿਨ ਦਵੈ ਪੰਡਿਤ। ਇੱਕ ਦਿਨ ਹੋਇਆ ਹਜੂਰ ਅੰਮ੍ਰਿਤਸਰ ਸਾਹਿਬ ਵਾਲੇ ਸਥਾਨ ਤੇ ਸੱਜੇ ਹਨ। ਕਾਂਸ਼ੀ ਤੋਂ ਦੋ ਬ੍ਰਾਹਮਣ ਪੰਡਿਤ, ਪੰਡਿਤ ਹੁੰਦਾ ਹੈ ਪਾਂਡਾ ਬੁੱਧੀ, ਬੜੀ ਤੀਖਣ ਬੁੱਧੀ ਦੇ ਮਾਲਕ ਦੋ ਬ੍ਰਾਹਮਣ ਆਏ ਹਨ। ਚਲ ਆਏ ਸ੍ਰੀ ਅਰਜਨ ਪਾਸ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਇਹ ਕਾਂਸ਼ੀ ਤੋਂ ਦੋ ਬ੍ਰਾਹਮਣ ਆਏ ਹਨ। ਕ੍ਰਿਸ਼ਨ ਲਾਲ ਹਰਿ ਲਾਲ ਨਾਮ ਤਿਨ। ਉਹਨਾਂ ਦਾ ਨਾਮ ਕਵੀ ਜੀ ਦੱਸਦੇ ਹਨ, ਪੰਡਿਤ ਹਰੀ ਲਾਲ ਤੇ ਪੰਡਿਤ ਕ੍ਰਿਸ਼ਨ ਲਾਲ ਜੀ। ਇਹ ਦੋ ਭਾਵ ਭਗਤੀ ਹੈ, ਹਿਰਦੇ ਵਿੱਚ ਸਤਿਗੁਰ ਜੀਆਂ ਦਾ ਪ੍ਰੇਮ ਹੈ। ਦੋ ਬ੍ਰਾਹਮਣ ਕਾਂਸ਼ੀ ਤੋਂ ਚੱਲ ਕੇ ਆਏ ਨੇ। ਗੁਰੂ ਕੇ ਗੁਣਨ ਨਿਵਾਸ। ਤੇ ਸਾਧ ਸੰਗਤ ਜੀ ਤਿੰਨ ਭਗਤ ਗੁਰੂ ਕੇ ਗੁਣਨ ਨਿਵਾਸ, ਗੁਰੂ ਜੀਆਂ ਦੀ ਭਗਤੀ ਹਿਰਦੇ ਵਿੱਚ ਧਾਰਨ ਕੀਤੀ ਹੈ ਤੇ ਗੁਰੂ ਜੀਆਂ ਦਾ ਜਿਨ੍ਹਾਂ ਦੇ ਹਿਰਦੇ ਵਿੱਚ ਵਾਸ ਹੈ। ਸਤਿਗੁਰ ਕੋ ਬਹੁ ਭਾਉ ਤਰਤ। ਸਤਿਗੁਰ ਜੀਆਂ ਦਾ ਹਿਰਦੇ ਵਿੱਚ ਬੜਾ ਹੀ ਭਾਉ, ਭਾਵ ਇਹਨਾਂ ਨੇ ਪ੍ਰੇਮ ਧਾਰਨ ਕੀਤਾ ਹੈ। ਔਰ ਦਰਸ਼ਨ ਕਰਬੇ ਕੀ ਜਿਨ ਪਿਆਸ। ਜਿਨ੍ਹਾਂ ਦੇ ਕੇਵਲ ਇੱਕੋ ਹੀ ਪਿਆਸ ਹੈ ਕਿ ਅਸੀਂ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਮਨਾ ਇਸ ਸਰੀਰ ਦੇ ਵਿੱਚ ਦਰਸ਼ਨ ਕਰਨੇ ਨੇ। ਚਿਤ ਚਾਹਤ ਪਰਲੋਕ ਸਖਨ ਕੋ। ਫਿਰ ਮਨ ਵਿੱਚ ਕੀ ਇੱਛਾ ਲੈ ਕੇ ਆਏ ਨੇ? ਕੋਈ ਧਨ ਦੌਲਤ ਦੀ ਜਾਂ ਰਿੱਧੀਆਂ ਸਿੱਧੀਆਂ ਦੀ ਇੱਛਾ ਨਹੀਂ,
ਆਪਣਾ ਪਰਲੋਕ ਸੁਧਾਰਨ ਵਾਸਤੇ, ਆਪਣੇ ਪਰਲੋਕ ਦਾ ਰਸਤਾ ਸੌਖਾ ਕਰਨ ਦੀ ਮਨ ਵਿੱਚ ਇੱਛਾ ਹੈ। ਜਗ ਕੇ ਤਿਆਗੇ ਵਿਖੇ ਵਿਲਾਸ, ਤੇ ਜਗ ਦੇ ਜਿਹੜੇ ਵਿਸ਼ੇ ਨੇ ਮਨ ਵਿੱਚ ਫੁਰਨਾ ਹੈ, ਮਨਾ ਇਹ ਛੱਡ ਦੇਣੇ ਚਾਹੀਦੇ ਨੇ, ਪਰ ਵਿਸ਼ਿਆਂ ਨੂੰ ਤਿਆਗਣਾ ਚਾਹੁੰਦੇ ਨੇ ਤੇ ਪਰਲੋਕ ਦੇ ਰਸਤੇ ਨੂੰ ਸਖੈਣਾ ਬਣਾਉਣਾ ਚਾਹੁੰਦੇ ਨੇ ਦੋਵੇਂ ਭਰਾ। ਆਨ ਮਿਲੇ ਭਗਵੰਦਨ ਕਰਕੇ, ਆ ਕੇ ਹਜੂਰ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਹੈ, ਸੀਸ ਝੁਕਾਇਆ ਹੈ। ਬੈਠ ਨਿਕਟ ਦਰਸ਼ਨ ਦਰਸੰਤ, ਮਹਾਰਾਜੀਆਂ ਦੇ ਪਾਸ ਹੀ ਅੱਗੇ ਬੈਠ ਗਏ ਨੇ, ਜਿੱਦਾਂ ਚੰਦ ਨੂੰ ਚਕੋਰਾਂ ਤੱਕਦੀਆਂ ਨੇ, ਇੱਕ ਟੱਕ ਸਤਿਗੁਰ ਜੀਆਂ ਤੇ ਦ੍ਰਿਸ਼ਟੀ ਪਾਈ ਬੈਠੇ ਨੇ। ਸ੍ਰੀ ਅਰਜਨ ਜੀ ਬਹੁ ਸਨਮਾਨੇ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਧਰਮੀ ਬੰਦੇ ਜਾਣ ਕੇ ਇਹਨਾਂ ਦਾ ਬੜਾ ਸਨਮਾਨ ਕੀਤਾ ਹੈ। ਪੂਜਨ ਕੀਨਸ ਤਿਨਹੁ ਤੁਰੰਤ, ਹਜੂਰ ਅੰਤਰਜਾਮੀ ਸਤਿਗੁਰ ਜੀ ਪੁੱਛਣ ਲੱਗੇ ਨੇ ਤੁਰੰਤ ਉਸੇ ਸਮੇਂ ਦੋਵਾਂ ਭਰਾਵਾਂ ਨੂੰ, ਤੇਜਬਰ ਕਹਾਂ ਸਦਨ ਹੈ ਤੁਮਰੇ, ਹੇ ਬ੍ਰਾਹਮਣ ਜੀ ਕਿੱਥੇ ਤੁਹਾਡਾ ਘਰ, ਤੁਸੀਂ ਕਿੱਥੋਂ ਆਏ ਹੋ? ਇਹ ਸਥਾਨ ਗਮਨੇ ਹਿਤਵੰਤ, ਤੇ ਕਿੱਥੇ ਜਾ ਰਹੇ ਹੋ ਹਿਤਵੰਤ, ਸਾਨੂੰ ਤੁਸੀਂ ਦੱਸਣਾ ਕਰੋ। ਕੌਣ ਕਾਜ ਅਰ ਨਾਮ ਕੌਣ ਹੈ, ਕੀ ਕਾਰਜ ਹੈ ਤੁਹਾਨੂੰ ਤੇ ਆਪ ਜੀਆਂ ਦਾ ਨਾਮ ਕੀ ਹੈ? ਬੇਸ ਬੇਸ ਦਿਖਤ ਮਤਵੰਤ, ਤੁਹਾਡੇ ਦੇਸ਼ ਤੇ ਭੇਸ ਤੋਂ ਲੱਗਦਾ ਹੈ ਬਾਹਰੋਂ ਬੜੇ ਉਜਲ ਮਤ ਵਾਲੇ ਲੱਗਦੇ ਹੋ, ਕਿੱਥੇ ਚੱਲੇ ਹੋ, ਕਿੱਥੋਂ ਆਏ ਹੋ, ਕੀ ਕਾਰਜ ਹੈ? ਸਤਿਗੁਰ ਜੀਆਂ ਨੇ ਪ੍ਰਸ਼ਨ ਕੀਤਾ ਹੈ। ਹਾਥ ਜੋਰ ਕਰ ਦਉ ਸਹੋਦਰ ਬੋਲੇ, ਦੋਵੇਂ ਭਰਾ ਨਿਮਰੀ ਪੂਤ ਹੋ ਕੇ ਦੋਨੋਂ ਹੱਥ ਜੋੜ ਲਏ ਨੇ ਤੇ ਸਤਿਗੁਰ ਜੀਆਂ ਅੱਗੇ ਬੇਨਤੀ ਕਰਨ ਲੱਗੇ ਨੇ। ਪਾਕ ਸੋ ਬਿਨਤੀ ਸੰਗ, ਬੇਨਤੀ ਪਾ ਪਾ ਕੇ ਆਪਣੇ ਬਚਨਾਂ ਵਿੱਚ ਸਤਿਗੁਰ ਜੀਆਂ ਨੂੰ ਕਹਿ ਰਹੇ ਨੇ। ਆਪ ਅਹੋ ਤੁਮ ਅੰਤਰ ਜਾਮੀ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਤੁਸੀਂ ਤਾਂ ਅੰਤਰਜਾਮੀ ਸਤਿਗੁਰ ਹੋ, ਘਟ ਘਟ ਕੇ ਅੰਤਰ ਕੀ ਜਾਣਤ, ਤੁਸੀਂ ਤਾਂ ਸਭ ਜਾਣਦੇ ਹੋ। ਬਿਨਾ ਭਣੇ ਸਭ ਲਖੋ ਪ੍ਰਸੰਗ, ਬਿਨਾ ਭਣੇ ਬਿਨਾ ਦੱਸੇ ਤੋਂ ਹੀ ਸਤਿਗੁਰ ਜੀ ਤੁਸੀਂ ਸਾਰਾ ਪ੍ਰਸੰਗ ਜਾਣਦੇ ਹੋ। ਤਦਪ ਕਹੈ ਤੁਮ ਬੂਜਨ ਕੀਨਸ, ਫਿਰ ਵੀ ਸਤਿਗੁਰ ਜੀ ਜੇ ਆਪ ਜੀਆਂ ਨੇ ਪੁੱਛਣਾ ਕੀਤਾ ਹੈ, ਇਹਦੇ ਵਿੱਚ ਤੁਹਾਡੀ ਹੀ ਮੌਜ ਹੈ। ਇਹ ਸਾਧ ਸੰਗਤ ਜੀ ਜੇ ਹਜੂਰ ਪੁੱਛ ਲੈਣ, ਇਹਦੇ ਵਿੱਚ ਵੀ ਕਲਿਆਣ ਹੁੰਦਾ ਹੈ। ਜਿਸ ਤਰ੍ਹਾਂ ਹਜੂਰ ਨੇ ਸਭ ਸੰਗਤਾਂ ਵਿੱਚ ਬਿਦਤ ਕਰਨਾ ਹੋਵੇ ਕਿ ਇਹ ਕਾਂਛੀ ਤੋਂ ਕਾਦੇ ਵਾਸਤੇ ਆਏ ਨੇ, ਇਸ ਤਰ੍ਹਾਂ ਇਹਨਾਂ ਦੇ ਦਾਦੇ ਦੀ ਜਿਸ ਤਰ੍ਹਾਂ ਅੱਗੇ ਸਾਖੀ ਸੁਣਾਉਣਗੇ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨਾਲ ਜਿਸ ਤਰ੍ਹਾਂ ਮੇਲ ਹੋਇਆ ਹੈ। ਹੁਣ ਹਜੂਰ ਅੱਗੇ ਹੱਥ ਜੋੜੀ ਖਲੋਤੇ ਨੇ, ਮਹਾਰਾਜ ਜੀ ਤੁਸੀਂ ਅੰਤਰਜਾਮੀ ਹੋ, ਪਰ ਫਿਰ ਵੀ ਹਜੂਰ ਜੇ ਆਪ ਜੀ ਪੁੱਛ ਰਹੇ ਹੋ। ਕਾਸ਼ੀ ਬਸੈ ਤੀਰਪੁਰ ਗੰਗ, ਅਸੀਂ ਮਹਾਰਾਜ ਜੀ ਕਾਂਛੀ ਤੋਂ ਆਏ ਹਾਂ, ਜਿਹੜੀ ਵਿਦਵਾਨਾਂ ਦੀ ਕਾਂਛੀ ਕਹੀ ਜਾਂਦੀ ਹੈ, ਤੇ ਗੰਗਾ ਜੀਆਂ ਦੀ ਅਸੀਂ ਤੀਰ ਭਾਵ ਕਿਨਾਰੇ ਤੇ ਵਾਸ ਕਰਦੇ ਹਾਂ। ਸੁਜਸ ਸੁਨਿਓ ਰਾਵਰ ਕੋ ਦੀਰਗ, ਅਸੀਂ ਆਪ ਜੀਆਂ ਦਾ ਭਾਰੀ ਪ੍ਰਤਾਪ ਤੇ ਸ੍ਰੇਸ਼ਟ ਜਸ ਸ਼ਰਵਣ ਕੀਤਾ ਹੈ। ਦਰਸ਼ਨ ਹਿਤ ਆਏ ਦੁਖ ਭੰਗ, ਆਪ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਏ ਹਾਂ ਤੇ ਸਾਰੇ ਦੁੱਖਾਂ ਨੂੰ ਭੰਨ ਦੇਣ ਵਾਸਤੇ ਆਏ ਹਾਂ। ਏਕ ਸਮੈ ਸ੍ਰੀ ਨਾਨਕ ਪਹੁੰਚੇ ਕਾਸ਼ੀ, ਹਜੂਰ ਇੱਕ ਸਮਾਂ ਸੀ ਜਦੋਂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਾਸ਼ੀ ਪੁੱਜੇ ਸਨ, ਦਰਸ਼ਨ ਦਿੱਤਾ ਸੀ। ਵਿਖੈ ਬਿਰਾਜੇ ਜਾਏ, ਉਸ ਸਮੇਂ ਸਤਿਗੁਰ ਜੀ ਵਿਖੇ ਬਰਾਜੈ ਜਾਏ, ਮਹਾਰਾਜ ਜੀ ਕਾਸ਼ੀ ਵਿਖੇ ਬਰਾਜੈ ਜਾਏ। ਕਾਸ਼ੀ ਦੇ ਵਿੱਚ ਸਤਿਗੁਰ ਜੀਆਂ ਨੇ ਚਰਨ ਪਾ ਕੇ ਉਹ ਧਰਤੀ ਨੂੰ ਨਿਹਾਲ ਕੀਤਾ ਸੀ। ਬਹੁ ਦਿਜਬਰ ਤਬ ਚਰਚਾ ਕੀਨੀ, ਉਸ ਸਮੇਂ ਬਹੁਤ ਪੰਡਤ ਆਏ ਸੀ, ਦਿਜਬਰ ਭਾਵ ਬ੍ਰਾਹਮਣ ਆਏ ਸੀ, ਜਿਨ੍ਹਾਂ ਨੇ ਸਤਿਗੁਰ ਜੀਆਂ ਨਾਲ ਚਰਚਾ ਕੀਤੀ ਸੀ। ਸੁਣ ਕੇ ਸਕਲ ਰਹੇ ਹਰ ਖਾਏ, ਸਾਰੇ ਸਤਿਗੁਰ ਜੀਆਂ ਨਾਲ ਚਰਚਾ ਕਰਕੇ ਹਰਖਾਏ ਬੜੇ ਖੁਸ਼ ਹੋਏ ਸੀ ਤੇ ਹੈਰਾਨ ਰਹਿ ਗਏ ਸੀ। ਪੁੱਤੋ ਪਿਤਾਮਾ ਹਮਰੋ ਤਿਸ ਛਿਨ, ਸਾਡਾ ਇੱਕ ਪਿਤਾਮਾ ਵੱਡਾ ਬਜ਼ੁਰਗ ਉਸ ਸਮੇਂ ਕਾਂਸ਼ੀ ਦੇ ਵਿੱਚ ਸੀ ਤੇ ਹਜੂਰ ਦੇ ਨਾਲ ਚਰਚਾ ਉਸਨੇ ਵੀ ਕੀਤੀ ਸੀ। ਪਾਓ
ਭਗਤ ਬਹੁ ਕੀਨ ਬਣਾਏ। ਸਤਿਗੁਰ ਜੀਆਂ ਨੇ ਬੜੀ ਭਾਉ ਤੇ ਭਗਤੀ ਨਾਲ ਬਣਾ ਕੇ ਤਬ ਉਪਦੇਸ਼ ਗੁਰੂ ਜੀ ਦੀਨਸ। ਉਸ ਸਮੇਂ ਸਾਡੇ ਪਿਤਾਮਾ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਬੜਾ ਸੁੰਦਰ ਉਪਦੇਸ਼ ਲਿਖ ਕੇ ਦਿੱਤਾ ਸੀ। ਸਤਨਾਮ ਲਿਵ ਦਈ ਲਗਾਏ। ਤੇ ਸਾਡੇ ਪਿਤਾਮੇ ਤੋਂ ਹੀ ਹਜੂਰ ਨੇ ਨਾਮ ਦੇ ਵਿੱਚ ਲਿਵ ਲਾਉਣ ਦਾ ਸਾਨੂੰ ਵੱਲ ਦਿੱਤਾ ਹੈ ਤੇ ਸਾਡੀ ਲਿਵ ਸਾਡੇ ਪਿਤਾਮੇ ਤੋਂ ਹੀ ਲੱਗੀ ਰਹਿੰਦੀ ਹੈ। ਆਪਣੇ ਕਰੇ ਸ਼ਲੋਕ ਚਾਰ ਤਬ ਕਰ। ਉਸ ਸਮੇਂ ਸਤਿਗੁਰ ਜੀਆਂ ਨੇ 4 ਸ਼ਲੋਕ ਉਚਾਰਨ ਕੀਤੇ ਹਨ। ਇਹ ਜੋ ਸ਼ਲੋਕ ਸਹਿਸਕ੍ਰਿਤੀ ਦੇ ਪਹਿਲੇ 4 ਸ਼ਲੋਕ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਹਨ। ਜਿਸ ਸਮੇਂ ਹਜੂਰ ਜਗਤ ਜਲੰਦੇ ਨੂੰ ਤਾਰਦੇ ਹੋਏ ਕਾਂਛੀ ਪੁੱਜੇ ਹਨ, ਇਥੇ ਸਾਧ ਸੰਗਤ ਜੀ ਬ੍ਰਾਹਮਣਾਂ ਨੇ ਸਤਿਗੁਰ ਜੀਆਂ ਪਾਸ ਆ ਕੇ ਚਰਚਾ ਕਰਨੀ ਕੀਤੀ, ਪਰ ਸਤਿਗੁਰ ਜੀਆਂ ਨੇ ਜਦੋਂ ਉਹਨਾਂ ਨੇ ਗੁਹਾਵ ਪਾਵਣੀ ਦੇਖਿਆ, ਫਿਰ ਕਹਿੰਦੇ ਨੇ ਇਹ ਕਾਂਛੀ ਵਿਦਵਾਨਾਂ ਦੀ ਕਾਂਛੀ ਕਹੀ ਜਾਂਦੀ ਹੈ, ਜੇ ਇੱਥੇ ਆਏ ਹੋ ਤਾਂ ਚਰਚਾ ਕਰਨੀ ਪਵੇਗੀ। ਇਹਨਾਂ ਦਾ ਦਾਦਾ ਸਾਧ ਸੰਗਤ ਜੀ ਜੋ ਗੋਪਾਲ ਦੱਤ ਸੀ, ਉਹ ਸਤਿਗੁਰ ਜੀਆਂ ਪਾਸ ਆਇਆ ਸੀ। ਇਸ ਗੋਪਾਲ ਦੱਤ ਨੇ ਹਜੂਰ ਨੂੰ ਆਖਿਆ ਸਾਡੇ ਨਾਲ ਚਰਚਾ ਕਰੋ। ਉਸ ਸਮੇਂ ਸਵੇਰੇ ਕੋਈ ਪਾਸ ਕੁੱਤਾ ਮਰਿਆ ਪਿਆ ਸੀ। ਹਜੂਰ ਨੇ ਕਿਹਾ ਭਾਈ ਮਰਦਾਨੇ ਜੀਆਂ ਨੂੰ ਕਿ ਜਾ ਕੁੱਤੇ ਤੇ ਜਲ ਛਿੜਕ ਕੇ ਸਤਨਾਮ ਵਾਹਿਗੁਰੂ ਦਾ ਮੰਤਰ ਜਪ। ਉਸ ਸਮੇਂ ਕੁੱਤਾ ਉੱਠ ਖਲੋਤਾ ਸੀ ਤਾਂ ਹਜੂਰ ਨੇ ਕਿਹਾ ਸੀ, ਹੇ ਕੂਕਰ ਦੇਖ ਤੇਰੇ ਜਾਤ ਭਾਈ ਆਏ ਨੇ, ਚਰਚਾ ਕਰ। ਕਿਉਂਕਿ ਜਦੋਂ ਇਹਨਾਂ ਚਰਚਾ ਕਰਨ ਵਾਸਤੇ ਕਿਹਾ, ਹਜੂਰ ਨੇ ਕਿਹਾ ਸੀ ਅਸੀਂ ਇੱਕ ਬੰਦਾ ਆਪਦੇ ਵੱਲੋਂ ਭੇਜਦੇ ਹਾਂ। ਹਜੂਰ ਨੇ ਉਸ ਕੂਕਰ ਨੂੰ ਭੇਜਿਆ ਹੈ। ਜਦੋਂ ਆਪਣਾ ਇਹਨਾਂ ਨਿਰਾਦਰ ਜਾਣਿਆ, ਫਿਰ ਸਾਧ ਸੰਗਤ ਜੀ ਕੂਕਰ ਨੂੰ ਪੁੱਛਦੇ ਹਨ, ਕਿੰਗ ਪੁਸਤਕ ਅਧਿਅੰਤੰ, ਕਹਿੰਦੇ ਹਨ ਤੂੰ ਕਿੰਨੀਆਂ ਪੁਸਤਕਾਂ ਪੜ੍ਹੀਆਂ ਨੇ? ਕੁੱਤਾ ਜਵਾਬ ਦਿੰਦਾ ਹੈ ਸਰਬ ਪੁਸਤਕ ਅਧਿਅੰਤੰ, ਕਹਿੰਦਾ ਹੈ ਮੈਂ ਸਾਰੀਆਂ ਪੁਸਤਕਾਂ ਪੜ੍ਹੀਆਂ ਨੇ। ਹੈਰਾਨ ਰਹਿ ਜਾਂਦੇ ਨੇ, ਚਰਚਾ ਕਰਦੇ ਨੇ ਕੁੱਤੇ ਦੇ ਨਾਲ। ਗੋਪਾਲ ਦੱਤ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਪੁੱਛਦਾ ਹੈ, ਹਜੂਰ ਇਹ ਕੌਣ ਹੈ ਜਿਹਨੂੰ ਤੁਸੀਂ ਸਾਡਾ ਜਾਤ ਭਾਈ ਕਿਹਾ ਹੈ? ਉਸ ਸਮੇਂ ਗੋਪਾਲ ਦੱਤ ਨੂੰ ਹਜੂਰ ਨੇ ਕਿਹਾ ਸੀ, ਗੋਪਾਲ ਦੱਤ ਦੂਜਿਆਂ ਦਾ ਤਾਂ ਇਹ ਜਾਤ ਭਾਈ ਹੈ, ਤੇਰਾ ਤਾਂ ਇਹ ਦਾਦਾ ਹੈ ਬਿਸ਼ਨ ਦੱਤ। ਹੈਰਾਨ ਰਹਿ ਜਾਂਦਾ ਹੈ, ਮੇਰੇ ਦਾਦੇ ਨੇ ਤਾਂ ਵਿਦਿਆ ਬਹੁਤ ਪੜ੍ਹੀ ਸੀ, ਉਹ ਕਿਵੇਂ ਕੂਕਰ ਦੀ ਜੂਨ ਚ ਪਿਆ? ਫਿਰ ਹਜੂਰ ਨੇ ਕਿਹਾ ਹੈ ਇਹੀ ਦੱਸੇਗਾ। ਉਸ ਸਮੇਂ ਉਸ ਕੂਕਰ ਨੇ ਫਿਰ ਜਿਸ ਤਰ੍ਹਾਂ ਦੱਸਿਆ ਕਿ ਮੈਂ ਬੜਿਆ ਵਿਦਵਾਨ ਸੀ ਤੇ ਬੜਿਆਂ ਨਾਲ ਚਰਚਾ ਕਰਦਾ ਸੀ। ਇੱਕ ਦਿਨ ਸ੍ਰੇਸ਼ਟ ਸਾਧੂ ਜਨ ਆਏ ਨੇ, ਮੈਂ ਉਹਨਾਂ ਨੂੰ ਕਿਹਾ ਮੇਰੇ ਨਾਲ ਚਰਚਾ ਕਰੋ। ਉਹ ਰੱਬ ਦੇ ਪਿਆਰਿਆਂ ਕਿਹਾ ਨਹੀਂ ਬਿਸ਼ਨ ਦੱਤ ਅਸੀਂ ਤੇਰੇ ਨਾਲ ਚਰਚਾ ਨਹੀਂ ਕਰਨੀ। ਜਦੋਂ ਵਾਰ-ਵਾਰ ਕਹਿਣ ਤੇ ਫਿਰ ਉਹਨਾਂ ਨੇ ਕਟਾਕਸ਼ ਭਰੇ ਬਚਨ ਕਹਿ ਦਿੱਤੇ, ਵੀਰ ਰਾਚਾ ਕਿ ਕੁੱਤੇ ਵਾਂਗੂ ਕਿਉਂ ਪਿੱਛੇ ਪੈ ਗਿਆ ਹੈ? ਤਾਂ ਮੈਨੂੰ ਕੁੱਤੇ ਦੀ ਜੂਨੀ ਮਿਲੀ ਹੈ। ਅੱਜ ਜਗਤ ਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਏ ਨੇ ਤੇ ਮੇਰੀ ਮੁਕਤੀ ਹੋਈ ਹੈ। ਤੁਸੀਂ ਵੀ ਹਜੂਰ ਦੇ ਚਰਨਾਂ ਤੇ ਪੈ ਜਾ ਗੋਪਾਲ ਦੱਤ, ਜੇ ਮੁਕਤੀ ਚਾਹਣਾ ਹੈ। ਇੱਥੇ ਚਰਚਾ ਕਰਨ ਦਾ ਵਿਸ਼ਾ ਨਹੀਂ ਹੈ। ਪ੍ਰੇਮ ਦੇ ਨਾਲ ਸਤਿਗੁਰ ਜੀਆਂ ਦੇ ਚਰਨਾਂ ਤੇ ਢਹਿ ਪਾ, ਹਜੂਰ ਨਿਮਾਣਿਆਂ ਦੇ ਨਿਮਾਣ ਹਨ। ਉਸ ਸਮੇਂ ਇਹਨਾਂ ਦਾ ਦਾਦਾ ਗੋਪਾਲ ਦੱਤ ਜੋ ਇਹ ਸਾਧ ਸੰਗਤ ਜੀ ਇਹ ਪੰਡਤ ਹਰੀ ਲਾਲ ਤੇ ਕ੍ਰਿਸ਼ਨ ਲਾਲ ਕਾਂਛੀ ਤੋਂ ਆਏ ਨੇ, ਹਜੂਰ ਦੇ ਚਰਨਾਂ ਤੇ ਪੈ ਗਿਆ ਸੀ। ਮਹਾਰਾਜ ਜੀਆਂ ਨੂੰ ਹੁਣ ਇਹ ਦੋਨੋਂ ਪੰਡਤ ਦੱਸ ਰਹੇ ਨੇ, ਸਾਡੇ ਦਾਦਾ ਜੀਆਂ ਨੂੰ ਆਪ ਜੀਆਂ ਦੇ ਜੋ ਸਾਧ ਸੰਗਤ ਜੀ ਹਜੂਰ ਨੂੰ ਕਹਿ ਰਿਹਾ ਹੈ, ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਸਨ, ਉਹਨਾਂ ਨੇ ਬਾਣੀ ਲਿਖ ਕੇ ਦਿੱਤੀ ਸੀ। ਕਾਗਜ਼ ਪਰ ਦਿਏ ਲਿਖਾਏ, ਸਾਨੂੰ ਦਾਦਾ ਜੀਆਂ ਨੇ ਫਿਰ ਕਾਗਜ਼ ਤੇ ਲਿਖ ਲਈ ਸੀ। ਲਿਖੇ ਪਿਤਾਮੇ ਕੇ ਸੋ ਕਰਮ ਹੈ। ਫਿਰ ਉਹ ਸਾਡੇ ਪਿਤਾਮਾ ਦੇ ਘਰ ਦੇ ਵਿੱਚ ਅਸੀਂ ਲਖੇ, ਭਾਵ ਉਥੇ ਵੇਖੀ ਪਈ ਬਾਣੀ ਜਦੋਂ, ਫੇਰ ਹਮੋ ਸੋ ਕੰਠ ਕਰਾਏ। ਅਸੀਂ ਉਸ ਨੂੰ ਦੇਖ ਕੇ ਉਹ ਫਿਰ ਮਹਾਰਾਜ ਜੀਆਂ ਦੇ 4 ਸ਼ਲੋਕ ਕੰਠ ਕੀਤੇ ਨੇ, ਜਿਨ ਮਹਿ ਦੰਭ ਨਿਕੰਦਨ ਕੀਨਸ, ਜਿਨ੍ਹਾਂ ਵਿੱਚ ਸਤਿਗੁਰ ਜੀਆਂ ਨੇ ਦੰਮ ਤੇ ਪਖੰਡ ਦਾ ਮਹਾਰਾਜ ਜੀਆਂ ਨੇ ਧੱਜੀਆਂ ਉਡਾ ਦਿੱਤੀਆਂ ਨੇ। ਗੁਰ ਕੋ ਸਾਚ ਸੋ ਲੇਖੇ ਪਾਏ, ਤੇ ਮਹਾਰਾਜ ਜੀਆਂ ਦਾ ਜੋ ਸੱਚ ਹੈ ਤੇ ਸਾਧ ਸੰਗਤ ਜੀ
ਉਰ ਕੋ ਸਾਚ ਸੋ ਲੇਖੈ ਪਾਏ। ਹਿਰਦੇ ਵਿੱਚ ਸਤ ਨਾਮ ਦਾ ਸਤਿਗੁਰ ਜੀਆਂ ਨੇ ਨਿਵਾਸ ਬਖਸ਼ਿਆ ਹੈ। ਪੜ ਪੁਸਤਕ ਅਰ ਸੰਧਿਆ ਬਾਦੰ, ਜੋ ਇਹ ਹਜੂਰ ਦੀ ਬਾਣੀ ਹੈ, ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਦੰ। ਇਹ ਸਾਧ ਸੰਗਤ ਜੀ ਹਜੂਰ ਨੇ ਉੱਥੇ ਸ਼ਬਦ ਉਚਾਰਨ ਕੀਤੇ ਸੀ, ਹੈ ਬ੍ਰਾਹਮਣ ਜਣੋ ਤੁਸੀਂ ਪੁਸਤਕਾਂ ਵੀ ਬਹੁਤ ਵੇਦ ਸ਼ਾਸਤਰ ਪੜ੍ਹਦੇ ਹੋ, ਸੰਧਿਆ ਦੇ ਕਰਮ ਕਾਂਡ ਵੀ ਕਰਦੇ ਹੋ, ਸਭ ਆਪਣੀ ਪੂਜਾ ਕਰਦੇ ਹੋ, ਫਿਰ ਬਾਦੰ ਭਾਵ ਝਗੜੇ ਵੀ ਕਰਦੇ ਹੋ। ਐਸੇ ਮਹਾਰਾਜ ਜੀਆਂ ਨੇ ਬਚਨ ਕਹੇ ਤੇ ਸਿਲ ਪੂਜਸ ਬਗਲ ਸਮਾਦੰਗ, ਬਗਲਿਆਂ ਦੀ ਨਿਆਈ ਸਮਾਧੀ ਵੀ ਲਾਉਂਦੇ ਹੋ। ਬਗਲੇ ਦੀ ਸਮਾਧੀ ਕੀ ਹੁੰਦੀ ਹੈ? ਇੱਕ ਅੱਖੋਂ ਬੰਦ ਰੱਖਦਾ ਹੈ, ਜਦੋਂ ਕੋਈ ਮੱਛੀ ਆਵੇ ਤੇ ਝਪਟਾ ਵੀ ਮਾਰ ਲੈਂਦਾ ਹੈ। ਹਜੂਰ ਨੇ ਦੱਸਿਆ ਰਹਿੰਦੇ ਤਾਂ ਗੰਗਾ ਤੋਂ ਹੋ, ਜੇ ਕੋਈ ਤੁਹਾਡੇ ਪਾਸ ਆਵੇ ਉਹਨੂੰ ਏਦਾਂ ਹੀ ਆ ਕੁੰਡਲੀਆਂ ਛੁੰਡਲੀਆਂ ਦੇ ਚੱਕਰਾਂ 'ਚ ਪਾ ਕੇ ਤੁਸੀਂ ਮੱਛੀ ਦੀ ਨਿਆਈ ਖਾ ਜਾਂਦੇ ਹੋ। ਬੇਅੰਤ ਸਾਧ ਸੰਗਤ ਜੀ ਪ੍ਰਮਾਣ ਵੀ ਆਉਂਦੇ ਨੇ, ਪਰ ਸਮਾਂ ਜਿਸ ਤਰ੍ਹਾਂ ਵਧੇਰੇ ਹੋ ਗਿਆ ਹੈ, ਮਹਾਰਾਜ ਜੀਆਂ ਨੇ ਜਿਸ ਤਰ੍ਹਾਂ ਬਚਨ ਉਚਾਰਨ ਕਰਦੇ ਹਨ, ਪੜ ਪੁਸਤਕ ਅਰ ਸੰਧਿਆ ਬਾਦੰ, ਇਹਨਾਂ ਨੇ ਦੱਸਿਆ ਹਜੂਰ ਕੁਝ ਇਸ ਤਰ੍ਹਾਂ ਦੀ ਬਾਣੀ ਹਜੂਰ ਨੇ ਸਾਨੂੰ ਕਿਰਪਾ ਕੀਤੀ ਸੀ। ਇਤਿਆਦਕ ਪਠ ਦਹੇ ਸੁਨਾਏ, ਇਹ ਮਹਾਰਾਜ ਜੀਆਂ ਨੂੰ ਇਹਨਾਂ ਨੇ ਪੜ ਕੇ ਸੁਣਾ ਦਿੱਤੀ ਸੀ। ਤੁਮਨੇ ਕਰੇ ਸੋ ਹਮੇ ਲਿਖਾਵਹੋ। ਫਿਰ ਹਜੂਰ ਦੇ ਅੱਗੇ ਸਾਧ ਸੰਗਤ ਜੀ ਇਤਿਹਾਸ ਕਾਫੀ ਅੱਗੇ ਪਿਆ ਹੈ, ਪਰ ਆਪਾਂ ਸੂਖਸ਼ਮ ਰੂਪ ਵਿੱਚ ਸ਼ਰਵਣ ਕਰਦੇ ਹਾਂ। ਸਤਿਗੁਰ ਜੀਆਂ ਦੇ ਚਰਨਾਂ ਵਿੱਚ ਇਹਨਾਂ ਨੇ ਅਰਦਾਸ ਕੀਤੀ, ਮਹਾਰਾਜ ਜੀ ਸਾਡੇ ਤੇ ਕਿਰਪਾ ਕਰੋ, ਸਾਨੂੰ ਵੀ ਉਸੇ ਫਿਰ ਸ਼ਲੋਕ ਸਹਿਸਕ੍ਰਿਤੀ ਸਾਨੂੰ ਮਹਾਰਾਜ ਜੀ ਲਿਖਵਾਉਣਾ ਕਰੋ। ਜੇ ਹਜੇ ਤਿੱਕਰ ਨਹੀਂ ਆਪ ਜੀਆਂ ਨੇ ਕੁਝ ਉਚਾਰਨ ਕੀਤਾ, ਪ੍ਰੇਮ ਭਗਤੀ ਜਾਣ ਕੇ ਉਚਾਰਨ ਕਰ ਦੋ। ਉਸ ਸਮੇਂ ਹਜੂਰ ਨੇ ਸਾਧ ਸੰਗਤ ਜੀ ਇਹ ਪਹਿਲੇ 4 ਸ਼ਲੋਕ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਹਨ, ਤੇ 67 ਸ਼ਲੋਕ ਪਿੱਛੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਲਿਖਵਾਏ ਹਨ। ਜਿਹੜੇ ਸ਼ਲੋਕ ਸਾਧ ਸੰਗਤ ਜੀ ਕੱਲੇ ਕੱਲੇ ਵਿਸ਼ੇ ਬਾਰੇ ਦੱਸਿਆ ਹੈ ਹਜੂਰ ਨੇ। ਹੇ ਕਾਮੰ ਨਰਕ ਬਿਸਰਾਮੰ ਬਹੁ ਜੋਨੀ ਪਰਮਾਵਣੈ, ਸਿੱਧਾ ਕਾਮ ਨੂੰ ਹੀ ਸੰਬੋਧਿਤ ਹੋ ਕੇ ਹਜੂਰ ਕਹਿੰਦੇ ਨੇ ਤੂੰ ਤਾਂ ਨਰਕਾਂ 'ਚ ਵਿਸਰਾਮ ਕਰਾਉਣਾ ਹੈ, ਬੰਦੇ ਨੂੰ ਅਧੋਗਤੀ ਵੱਲ ਲੈ ਕੇ ਜਾਣਾ ਹੈ। ਜਪ ਤਪ ਸੀਲ ਬਦਾਰਣਾ ਹੈ, ਤੂੰ ਜਪ ਤਪ ਸੀਲ ਬੰਦੇ ਦਾ ਧਰਮ ਬਰਬਾਦ ਕਰ ਦਿੰਦਾ ਹੈ। ਫਿਰ ਸਾਧ ਸੰਗਤ ਜੀ ਮੋਹ ਬਾਬਤ ਹਜੂਰ ਨੇ ਕਿਹਾ ਹੈ, ਹੇ ਅਜਿਤ ਸੂਰ ਸੰਗਰਾਮੰ, ਐਸੇ ਹਜੂਰ ਨੇ ਬਚਨ ਉਚਾਰਨ ਕੀਤੇ ਹਨ। ਮੋਹ ਤੂੰ ਤਾਂ ਬੜਾ ਬਲਵਾਨ ਹੈ, ਅਜੇਤੂ ਸੂਰਮਾ ਹੈ, ਤੇਰੇ ਅੱਗੇ ਕੋਈ ਖੜ ਨਹੀਂ ਸਕਦਾ। ਪਛ ਪੰਛੀ ਬਿਮੋਹਣ ਹੈ, ਤੂੰ ਤਾਂ ਪਸ਼ੂ ਪੰਛੀ ਨਹੀਂ ਛੱਡੇ। ਇਤਿਆਦਿਕ ਹਜੂਰ ਨੇ ਸਾਧ ਸੰਗਤ ਜੀ ਇਹ ਸ਼ਲੋਕ ਚਾਰਨ ਕੀਤੇ ਨੇ। ਫਿਰ ਅੱਗੇ ਸਤਿਗੁਰ ਜੀਆਂ ਅੱਗੇ ਜਿੱਦਾਂ ਅਰਦਾਸ ਕਰਨਗੇ, ਮਹਾਰਾਜ ਜੀ ਕੋਈ ਹਰੀ ਦੀ ਗਾਥਾ ਹੀ ਸੁਣਾ ਦਿਓ ਹਜੂਰ, ਕੋਈ ਪ੍ਰੇਮ ਦੀ ਹੋਰ ਗੱਲ ਸੁਣਾਵੋ। ਅੱਗੇ ਜਿਸ ਤਰ੍ਹਾਂ ਅਰਦਾਸਾਂ ਕਰਦੇ ਨੇ ਆਪਾਂ ਆਉਣ ਵਾਲੇ ਪ੍ਰਸੰਗ ਵਿੱਚ ਸ਼ਰਵਣ ਕਰਾਂਗੇ। 28 ਤਰੀਕ ਦਿਨ ਐਤਵਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜੂਰ ਦਾ ਪਹਿਲਾ ਪ੍ਰਕਾਸ਼ ਗੁਰਪੁਰਬ ਹੈ। 12 ਭਾਦਰੋਂ ਵਾਲੇ ਦਿਨ 418ਵਾਂ। ਸਤਿਗੁਰ ਜੀ ਕਿਰਪਾ ਕਰਨ। ਵੈਸੇ ਤਾਂ ਨਿੱਤੀ ਸਤਿਗੁਰ ਜੀਆਂ ਦਾ ਨਵਾਂ ਹੀ ਮਹਾਰਾਜ ਜੀ ਦਰਸ਼ਨ ਦਿੰਦੇ ਨੇ, ਪਰ ਫਿਰ ਵੀ ਸਿੱਖ ਸੰਗਤਾਂ ਜਿੱਦਾਂ ਭਾਵਨਾ ਰੱਖਦੀਆਂ ਨੇ, ਇਹ ਸਾਡਾ ਮਨ ਮਤਾ ਜੋ ਇਤਿਹਾਸ ਹੈ, ਕਿਸ ਤਰ੍ਹਾਂ ਸਤਿਗੁਰ ਜੀ ਬਾਣੀ ਇਕੱਤਰ ਕਰਵਾਉਂਦੇ ਨੇ। ਫਿਰ ਸਤਿਗੁਰ ਜੀ ਭਾਈ ਬੰਨੂ ਜੀ ਅੱਗੇ ਆਉਣਗੇ ਹਜੂਰ, ਫਿਰ ਸਾਧ ਸੰਗਤ ਜੀ ਮੁੰਦਾਵਣੀ ਮਹੱਲਾ 5ਵਾਂ ਲਿਖਵਾਉਂਦੇ ਨੇ। ਫਿਰ ਸ਼ਲੋਕ ਲਿਖ ਕੇ ਮਹੱਲਾ 5ਵਾਂ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ। ਆਪ ਹੀ ਤਰਸ ਕਰਕੇ ਹਜੂਰ ਤੁਸੀਂ ਬਾਣੀ ਦੀ ਸੰਪੂਰਨਤਾ ਕਰਾਈ ਹੈ। ਰਾਗ ਮਾਲਾ ਸਤਿਗੁਰ ਜੀ ਲਿਖਵਾ ਕੇ ਫਿਰ ਜਿਸ ਤਰ੍ਹਾਂ ਸੰਪੂਰਨਤਾ ਕਰਦੇ ਨੇ। ਸਭ ਤੋਂ ਸ੍ਰੇਸ਼ਟ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ, ਜਿਹੜੇ ਸਿੱਖੀ ਦਾ ਥੰਮ ਹਨ, ਜਿਨ੍ਹਾਂ ਬਾਬਤ ਹਜੂਰ ਦੇ ਬੇਅੰਤ ਇਤਿਹਾਸ ਵਿੱਚ ਬਚਨ ਆਉਂਦੇ ਨੇ। ਬਾਬਾ ਬੁੱਢਾ ਸਿੱਖੀ ਦੀ ਹੱਦ ਤੇਥੋਂ ਲੇ ਕਦੇ ਨਾ ਹੋਸੀ,
ਪਹਿਲੇ ਹੈੱਡ ਗ੍ਰੰਥੀ ਤੇ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਆਪ ਸ੍ਰੀ ਚੌਰ ਸਾਹਿਬ ਜੀਆਂ ਦੀ ਸੇਵਾ ਕਰਦੇ ਨੇ। ਬਾਬਾ ਬੁੱਢਾ ਖੋਲੋ ਗ੍ਰੰਥ, ਲੇਹੋ ਆਵਾਜ਼ ਸੁਣੈ ਸਭ ਪੰਥ। ਜਿਸ ਤਰ੍ਹਾਂ ਪਹਿਲਾ ਮੁੱਖ ਵਾਕ ਬਾਬਾ ਬੁੱਢਾ ਸਾਹਿਬ ਜੀ ਲੈਂਦੇ ਨੇ, ਆਪਾਂ ਆਉਣ ਵਾਲੇ ਪ੍ਰਸੰਗਾਂ ਵਿੱਚ ਸ਼ਰਵਣ ਕਰਾਂਗੇ। ਸਤਿਗੁਰ ਜੀ ਕਿਰਪਾ ਕਰਨ, ਮਹਾਰਾਜ ਜੀਆਂ ਦਾ ਜਸ ਸਾਡੇ ਹਿਰਦੇ ਵਿੱਚ ਵਸੇ। ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸਤਿਗੁਰ ਜੀ ਕਿਰਪਾ ਕਰਨ, ਨਾਮ ਦਾ ਰੰਗ ਸਾਧ ਦਾ ਸੰਗ ਨਿਸ਼ਚਾ ਭੰਗ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਜਿਨ ਮਹਿ ਦੰਭ ਨਿਕੰਦਨ ਕੀਨਸ, ਉਰ ਕੋ ਸਾਚ ਸੋ ਲੇਖੇ ਪਾਏ। ਪੜ੍ਹ ਪੁਸਤਕ ਅਰ ਸੰਧਿਆ ਬਾਦੰ, ਇਤਿਆਦਿਕ ਪਠ ਦੇਹੋ ਸੁਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸ਼ਹੀਦਾਂ ਦੇ ਸਿਰਤਾਜ ਪੰਚਮ